ਸਤਿਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 67 ਤੇ ਵਿਚਾਲੇ ਜੇ ਕਰਕੇ ਹੈ। ਸ਼੍ਰੀ ਰਾਗ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਮਾਇਆ ਮੋਹ ਮੇਰੇ ਪ੍ਰਭ ਕੀਨਾ, ਆਪੇ ਭਰਮ ਭੁਲਾਏ। ਮਨਮੁਖ ਕਰਮ ਕਰੈ ਨਹੀਂ ਬੂਝੈ, ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਤੀਸਰੇ ਪਾਤਸ਼ਾਹ ਕਹਿੰਦੇ ਮਾਇਆ ਮੋਹ ਮੇਰੇ ਪ੍ਰਭ ਕੀਨਾ। ਪਰਮਾਤਮਾ ਨੇ ਆਪ ਹੀ ਜੀਵਾਂ 'ਚ ਮਾਇਆ ਦਾ ਮੋਹ ਲਾ ਦਿੱਤਾ ਹੈ, ਕਿਉਂਕਿ ਇਸ ਵੇਲੇ ਸੰਸਾਰ 'ਚ ਸਭ ਤੋਂ ਵੱਡਾ ਮੋਹ ਮਾਇਆ ਦਾ ਹੈ। ਮਾਇਆ ਦੀ ਖਾਤਰ ਮਨੁੱਖ ਕੁਝ ਵੀ ਕਰ ਸਕਦਾ ਹੈ। ਇਹ ਮਾਇਆ ਦਾ ਜਿਹੜਾ ਮੋਹ ਹੈ, ਇਹ ਪਰਮਾਤਮਾ ਨੇ ਆਪ ਹੀ ਜੀਵਾਂ ਨੂੰ ਲਾਇਆ। ਆਪੇ ਭਰਮ ਭੁਲਾਏ, ਅਤੇ ਆਪ ਹੀ ਉਹਨਾਂ ਨੂੰ ਭਰਮਾਂ 'ਚ ਪਾ ਕੇ ਭੁਲਾ ਦਿੱਤਾ ਹੈ। ਉਹਨਾਂ ਨੂੰ ਜੀਵਨ ਦਾ ਉਦੇਸ਼ ਹੀ ਭੁੱਲ ਗਿਆ ਹੈ। ਉਹਨਾਂ ਨੇ ਗੱਲ ਹੀ ਭੁੱਲ ਗਈ ਹੈ ਕਿ ਰੱਬ ਦੀ ਪ੍ਰਾਪਤੀ ਕਰਨੀ ਹੈ। ਇਸ ਲਈ ਉਹਨਾਂ ਨੂੰ ਭਰਮਾਂ 'ਚ ਪਾ ਕੇ ਅਸਲੀਅਤ ਹੀ ਭੁਲਾ ਦਿੱਤੀ ਹੈ। ਮਨਮੁਖ ਕਰਮ ਕਰੈ ਨਹੀਂ ਬੂਝੈ, ਬਿਰਥਾ ਜਨਮ ਗਵਾਏ। ਮਨਮੁਖ ਵੀ ਧਾਰਮਿਕ ਕਰਮ ਕਰਦੇ ਨੇ, ਨਹੀਂ ਬੂਝੇ, ਪਰ ਉਹਨਾਂ ਨੂੰ ਸੋਝੀ ਨਹੀਂ ਹੈ ਕਿ ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਕੀ ਇਹਦਾ ਆਤਮਾ ਨੂੰ ਕੋਈ ਲਾਭ ਹੈ? ਸਰੋਵਰਾਂ 'ਚ ਨਹਾ ਰਹੇ ਹੋ, ਇਹਦਾ ਆਤਮਾ ਨੂੰ ਤਾਂ ਕੋਈ ਲਾਭ ਨਹੀਂ। ਗੰਗਾ ਜਾ ਕੇ ਇਸ਼ਨਾਨ ਕਰੋ, ਆਤਮਾ ਨੂੰ ਤਾਂ ਇਸ ਦਾ ਕੋਈ ਲਾਭ ਨਹੀਂ ਹੈ। ਹਾਂ, ਸਰੀਰ ਸਾਫ਼ ਜ਼ਰੂਰ ਹੋ ਜਾਏਗਾ। ਇਸ ਤਰ੍ਹਾਂ ਮਨੁੱਖ ਜਿਹੜੇ ਖਾਸ ਮਨਮੁਖ ਨੇ, ਉਹ ਦੇਖਣ ਨੂੰ ਤੇ ਧਾਰਮਿਕ ਕਰਮ ਕਰ ਰਹੇ ਨੇ, ਨਹੀਂ ਬੂਝੇ, ਪਰ ਉਹਨਾਂ ਨੂੰ ਸੋਝੀ ਕੋਈ ਨਹੀਂ ਹੈ ਵੀ ਜੋ ਕਰ ਰਹੇ ਨੇ ਇਹਦਾ ਕੀ ਮਤਲਬ ਹੈ, ਇਹਦਾ ਕੀ ਫਾਇਦਾ। ਬਿਰਥਾ ਜਨਮ ਗਵਾਏ, ਇਸ ਲਈ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਕੇ ਚਲੇ ਜਾਂਦੇ ਹਨ। ਆਏ ਸਾਂ ਨਾਮ ਜਪਣ, ਨਾਮ ਜਪਣਾ ਨਹੀਂ, ਹੋਰ ਕਰਮ ਕਰਦੇ ਰਹਿਣਾ ਹੈ। ਇਸ ਉਹਨਾਂ ਦੀ ਕੋਈ ਗੱਲ ਬਣਦੀ ਨਹੀਂ ਹੈ। ਗੁਰਬਾਣੀ ਇਸ ਜਗ ਮਹਿ ਚਾਨਣ। ਗੁਰਬਾਣੀ ਜਿਹੜੀ ਹੈ ਇਸ ਸੰਸਾਰ 'ਚ ਚਾਨਣ ਕਰਦੀ ਹੈ। ਆਹ ਬਲਬਾਂ ਟਿਊਬਾਂ ਵਾਲਾ ਨਹੀਂ, ਗਿਆਨ ਦਾ ਚਾਨਣ ਕਰਦੀ ਹੈ। ਗਿਆਨ ਨੂੰ ਚਾਨਣ ਕਿਹਾ ਗਿਆ ਹੈ, ਅਗਿਆਨਤਾ ਨੂੰ ਹਨੇਰਾ ਕਿਹਾ ਗਿਆ ਹੈ। ਇਹ ਗਿਆਨ ਦਾ ਚਾਨਣ ਕਰਦੀ ਹੈ, ਗਿਆਨ ਦਿੰਦੇ ਸਾਨੂੰ। ਕਰਮ ਵਸੈ ਮਨ ਆਏ, ਕਰਮ ਦੀ ਬਖਸ਼ਿਸ਼ ਹੈ, ਪਰ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਬਾਣੀ ਮਨ 'ਚ ਆ ਕੇ ਵਸ ਜਾਂਦੀ ਹੈ। ਬਾਣੀ ਦਾ ਭਾਵ, ਬਾਣੀ ਦਾ ਸੰਦੇਸ਼ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਮਨ 'ਚ ਵਸਦਾ, ਨਹੀਂ ਤਾਂ ਬੰਦਾ ਬਾਣੀ ਹੀ ਪੜ੍ਹਦਾ ਰਹਿੰਦਾ, ਉਸ 'ਤੇ ਵਿਚਾਰ ਨਹੀਂ ਕਰਦਾ ਕਿਹਾ ਕੀ ਹੈ। ਵਿਚਾਰ ਨਾ ਕਰਨ ਕਾਰਨ ਜੀਵਨ ਉਸ ਤਰ੍ਹਾਂ ਬਣਦਾ ਨਹੀਂ ਹੈ। ਆਪਾਂ ਜੋ ਪੜ੍ਹਿਆ ਉਸ 'ਤੇ ਵਿਚਾਰ ਕਰਾਂਗੇ, ਉਹ ਵਿਚਾਰ ਫਿਰ ਹੌਲੀ ਹੌਲੀ ਦਿਮਾਗ 'ਚ ਬੈਠੇਗਾ, ਫਿਰ ਉਹਦੇ ਅਨੁਸਾਰ ਕਰਮ ਹੋਏਗਾ। ਜੇ ਵਿਚਾਰ ਹੀ ਨਹੀਂ ਕਰਨਾ, ਸਿਰ ਪੜ੍ਹੀ ਹੀ ਜਾਣਾ, ਫਿਰ ਨਹੀਂ ਗੱਲ ਬਣਦੀ ਹੁੰਦੀ। ਜ਼ਿੰਦਗੀ ਪਰਿਵਰਤਨ ਨਹੀਂ ਆਇਆ ਕਰਦਾ। ਆ ਕਥਾ ਵਾਰਤਾ ਵਿਚਾਰ ਹੀ ਹੈ ਨਾ। ਆਪਾਂ ਬਾਣੀ ਦੇ ਵਿਚਾਰ ਕਰ ਰਹੇ ਤਾਂ ਜੋ ਬਾਣੀ ਦਾ ਸੰਦੇਸ਼ ਸਾਡੇ ਹਿਰਦੇ 'ਚ ਵਸ ਜਾਏ, ਸਾਡੇ ਵਿਚਾਰ ਬਦਲ ਜਾਣ। ਜਦੋਂ ਵਿਚਾਰ ਬਦਲਦੇ ਨੇ, ਕਰਮ ਆਪਣੇ ਆਪ ਬਦਲ ਜਾਂਦੇ ਨੇ। ਵਿਚਾਰਾਂ ਨੇ ਵਿਚਾਰਾਂ 'ਤੇ ਅਸਰ ਪਾਉਣਾ।
ਗੁਰੂ ਦੇ ਵਿਚਾਰ ਨੇ ਉਹ ਸਾਡੇ ਵਿਚਾਰਾਂ 'ਤੇ ਅਸਰ ਪਾਉਂਦੇ ਨੇ। ਸਾਡੇ ਆਪਣੇ ਵਿਚਾਰ ਬਦਲ ਜਾਂਦੇ ਹਨ। ਜਦੋਂ ਵਿਚਾਰ ਬਦਲਦੇ ਨੇ ਫਿਰ ਕਰਮ ਵੀ ਬਦਲਦੇ ਨੇ। ਜਿਹੋ ਜਿਹੇ ਵਿਚਾਰ ਸਾਡੇ ਹੋਣਗੇ ਹੌਲੀ ਹੌਲੀ ਉਹੋ ਜਿਹੇ ਕਰਮ ਹੋ ਜਾਣਗੇ। ਕਿਉਂਕਿ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਹਦਾ ਵਿਚਾਰ ਆਉਂਦਾ, ਉਹਦਾ ਪਹਿਲਾਂ ਖਿਆਲ ਹੁੰਦਾ, ਵਿਚਾਰ ਹੁੰਦਾ, ਫਿਰ ਮਨੁੱਖ ਕਰਮ ਕਰਦਾ। ਮੰਨ ਲਓ ਵਿਚਾਰ ਹੀ ਮਾੜਾ ਆ ਰਿਹਾ ਤਾਂ ਕਰਮ ਚੰਗਾ ਨਹੀਂ ਹੋ ਸਕਦਾ। ਜਦੋਂ ਮਾੜਾ ਵਿਚਾਰ ਵਾਰੀ ਵਾਰੀ ਆਈ ਜਾਏਗਾ ਤਾਂ ਕਰਮ ਵੀ ਮਾੜਾ ਹੋ ਸਕਦਾ ਸਾਡੇ ਤੋਂ। ਅਤੇ ਜੇ ਵਿਚਾਰ ਹੀ ਚੰਗੇ ਆ ਰਹੇ ਨੇ ਤਾਂ ਫਿਰ ਕਰਮ ਮਾੜੇ ਨਹੀਂ ਹੋ ਸਕਦੇ। ਗੁਰਬਾਣੀ ਇਸ ਸੰਸਾਰ 'ਚ ਗਿਆਨ ਦਾ ਚਾਨਣ ਦਿੰਦੀ ਹੈ ਅਤੇ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਇਹ ਬਾਣੀ ਹਿਰਦੇ 'ਚ ਵਸ ਜਾਂਦੀ ਹੈ। ਮਨ ਰੇ ਨਾਮ ਜਪੋ ਸੁਖ ਹੋਏ, ਗੁਰ ਪੂਰਾ ਸਾਲਾਹੀਐ, ਸਹਿਜ ਮਿਲੈ ਪ੍ਰਭ ਸੋਏ। ਮਨ ਰੇ, ਹੇ ਮਨਾ, ਨਾਮ ਜਪੋ। ਨਾਮ ਜਪ ਹੋਏਗਾ, ਕੀ ਹੋਏਗਾ? ਸੁਖ ਹੋਏ। ਤੁਹਾਡੇ ਮਨ ਨੂੰ ਸੁਖ ਮਿਲੇਗਾ, ਮਨ ਨੂੰ ਸ਼ਾਂਤੀ ਮਿਲੇਗੀ। ਵਾਹਿਗੁਰੂ 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 ਕਰਨ ਨਾਲ ਪਰਮਾਤਮਾ ਨੂੰ ਕਹਿੰਦੇ ਸ਼ਾਂਤੀ ਸਰੂਪ। ਪਰਮਾਤਮਾ ਨੂੰ ਕਹਿੰਦੇ ਨੇ ਸ਼ਾਂਤੀ ਸਰੂਪ। ਪਰਮਾਤਮਾ ਨੂੰ ਕਹਿੰਦੇ ਸੁੱਖਾਂ ਦਾ ਦਾਤਾ। ਜਦੋਂ ਅਸੀਂ ਉਹਦਾ ਨਾਮ ਜਪੀ ਜਾਂਦੇ ਹਾਂ, ਜਪੀ ਜਾਂਦੇ ਹਾਂ, ਜੋ ਉਹਦੇ 'ਚ ਗੁਣ ਨੇ ਉਹ ਸਾਡੇ 'ਚ ਪ੍ਰਵੇਸ਼ ਕਰ ਜਾਂਦੇ। ਉਹ ਸੁੱਖਾਂ ਦਾ ਦਾਤਾ ਹੈ। ਅਸੀਂ ਸੁੱਖਾਂ ਦੇ ਦਾਤੇ ਨੂੰ ਯਾਦ ਕਰੀ ਗਏ, ਕਰੀ ਗਏ, ਕਰੀ ਗਏ, ਹੌਲੀ ਹੌਲੀ ਸਾਡੇ ਅੰਦਰ ਵੀ ਸੁੱਖ ਪੈਦਾ ਹੋ ਜਾਂਦੇ ਨੇ। ਉਹ ਸ਼ਾਂਤੀ ਸਰੂਪ ਹੈ। ਨਾਮ ਜਪੀ ਜਾਓ, ਜਪੀ ਜਾਓ, ਤੁਹਾਡੇ ਅੰਦਰ ਸ਼ਾਂਤੀ ਪੈਦਾ ਹੋ ਜਾਏਗੀ। ਸੋ ਇਸ ਲਈ ਕਹਿੰਦੇ ਮਨ ਰੇ ਹੇ ਮਨਾ, ਨਾਮ ਜਪੋ ਸੁਖ ਹੋਏ। ਇਹ ਭਾਈ ਨਾਮ ਜਪੋ, ਤੁਹਾਨੂੰ ਸੁੱਖ ਦੀ ਪ੍ਰਾਪਤੀ ਹੋਏਗੀ। ਗੁਰ ਪੂਰਾ ਸਾਲਾਹੀਐ, ਸਹਿਜ ਮਿਲੈ ਪ੍ਰਭ ਸੋਏ। ਪੂਰੇ ਗੁਰੂ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਗੁਰੂ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਸਿਫਤ ਸਲਾਹ ਹੀ ਇੱਕ ਸਾਧਨ ਹੈ। ਕਿਸੇ ਦੇ ਮਨ ਨੂੰ ਵੀ ਤੁਸੀਂ ਜਿੱਤਣਾ, ਉਹ ਵਡਿਆਈ ਨਾਲ ਹੀ ਜਿੱਤਿਆ ਜਾ ਸਕਦਾ ਹੈ। ਡੰਡੇ ਦੇ ਜ਼ੋਰ ਨਾਲ ਅਸੀਂ ਆਪਣੀ ਗੱਲ ਤਾਂ ਮਨਵਾ ਸਕਦੇ ਹਾਂ, ਪਰ ਉਹਦੇ ਮਨ ਨੂੰ ਨਹੀਂ ਜਿੱਤ ਸਕਦੇ। ਉਹਦੇ ਮਨ ਨੂੰ ਵਸ ਕਰਨ ਲਈ ਜ਼ਰੂਰੀ ਹੈ ਉਸ ਦੀ ਵਡਿਆਈ ਕੀਤੀ ਜਾਵੇ। ਸੋ ਵਡਿਆਈ ਕਰਦਾ ਕਰਦਾ ਮਨੁੱਖ ਉਸ ਵੱਡੇ ਨੂੰ ਪ੍ਰਾਪਤ ਕਰ ਲੈਂਦਾ। ਵਡਿਆਈ ਵੱਡਾ ਪਾਇਆ। ਵਡਿਆਈ ਕਰਨ ਵਾਹਿਗੁਰੂ 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 ਕਰਦਿਆਂ 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 ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਘਰ ਮਹਿਲ ਸੱਚ ਸਮਾਈਐ, ਜਮ ਕਾਲ ਨਾ ਸਕੈ ਖਾਏ। ਫਿਰ ਕੀ ਹੁੰਦਾ? ਮਨੁੱਖ ਨਾਮ ਜਪਦਾ ਜਪਦਾ ਸ਼ਬਦ ਦੀ ਕਮਾਈ ਕਰਦਾ ਕਰਦਾ ਭਰਮ ਗਿਆ ਪਉ ਭਾਗਿਆ, ਹਰ ਚਰਣੀ ਚਿਤ ਲਾਏ। ਗੁਰਮੁਖ ਸ਼ਬਦ ਕਮਾਈਐ, ਹਰ ਵਸੈ ਮਨ ਆਏ। ਘਰ ਮਹਿਲ ਸੱਚ ਸਮਾਈਐ, ਜਮ ਕਾਲ ਨਾ ਸਕੈ ਖਾਏ। ਕਹਿੰਦੇ ਭਰਮ ਗਿਆ ਭਉ ਭਾਗਿਆ, ਹਰ ਚਰਨੀ ਚਿਤ ਲਾਏ। ਜਦੋਂ ਹਰੀ ਦੇ ਚਰਨਾਂ ਨਾਲ ਕੋਈ ਜੀਵ ਚਿੱਤ ਲਾਉਂਦਾ ਨਾ, ਉਹਦੇ ਅੰਦਰ ਭਰਮ ਖਤਮ ਹੋ ਜਾਂਦਾ। ਭਰਮ ਕਾਰਨ ਹੀ ਭਉ ਹੈ, ਡਰ ਹੈ। ਜੇ ਭਰਮ ਨਹੀਂ ਤੇ ਡਰ ਨਹੀਂ। ਅਸੀਂ ਕਿਉਂ ਡਰਦੇ ਹਾਂ? ਸਾਡੇ ਅੰਦਰ ਭਰਮ ਹੈ। ਜਿੱਥੇ ਭਰਮ ਹੋਏਗਾ ਉੱਥੇ ਡਰ ਹੋਏਗਾ। ਗੁਰਬਾਣੀ ਜੀ ਦੀ ਉਦਾਹਰਣ ਵੀ ਦਿੱਤੀ ਹੋਈ ਵੀ ਹੈ ਤੇ ਰੱਸੀ,
ਪਰ ਭੁਲੇਖਾ ਸੱਪ ਦਾ ਪੈ ਰਿਹਾ, ਇਸ ਡਰ ਰਿਹਾ ਵੀ ਸੱਪ ਹੈ। ਜਦੋਂ ਚਾਨਣ ਹੁੰਦਾ ਹੈ ਤਾਂ ਭਰਮ ਖਤਮ ਹੋ ਗਿਆ ਵੀ ਉਹ ਇਹ ਸੱਪ ਨਹੀਂ, ਇਹ ਤਾਂ ਰੱਸੀ ਹੈ। ਜਦੋਂ ਭਰਮ ਖਤਮ ਹੋ ਗਿਆ ਫਿਰ ਡਰ ਵੀ ਖਤਮ ਹੋ ਗਿਆ। ਜਿੰਨਾ ਚਿਰ ਭਰਮ ਸੀ ਕਿ ਇਹ ਸੱਪ ਹੈ, ਉਹਨਾਂ 'ਚ ਡਰਦਾ ਰਿਹਾ ਬੰਦਾ। ਜਦੋਂ ਗਿਆਨ ਹੋ ਗਿਆ ਕਿ ਇਹ ਸੱਪ ਨਹੀਂ, ਇਹ ਰੱਸੀ ਹੈ, ਡਰ ਖਤਮ ਹੋ ਗਿਆ। ਬ੍ਰਹਮ ਗਿਆਨੀ ਦੇ ਅੰਦਰ ਭਰਮ ਹੀ ਕੋਈ ਨਹੀਂ ਹੁੰਦਾ, ਇਸ ਲਈ ਉਹਦੇ ਅੰਦਰ ਡਰ ਹੀ ਨਹੀਂ ਹੁੰਦਾ। ਸਾਨੂੰ ਤਾਂ ਭਰਮ ਹੈ, ਸਾਨੂੰ ਕੋਈ ਮਾਰ ਨਾ ਜਾਏ, ਸਾਨੂੰ ਕੋਈ ਲੁੱਟ ਨਾ ਲਵੇ। ਬ੍ਰਹਮ ਗਿਆਨ ਹੁੰਦਾ ਕਿ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਸਾਨੂੰ ਕੋਈ ਮਾਰ ਹੀ ਨਹੀਂ ਸਕਦਾ। ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ। ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਾ ਸਾਨੂੰ ਕੋਈ ਜਿਉਂਦਿਆਂ ਰੱਖ ਸਕਦਾ, ਨਾ ਸਾਨੂੰ ਕੋਈ ਮਾਰ ਸਕਦਾ। ਜੇ ਪਰਮਾਤਮਾ ਸਾਨੂੰ ਜਿਉਂਦਿਆਂ ਰੱਖਣਾ ਚਾਹੁੰਦਾ ਹੈ, ਉਹ 1000 ਦੁਸ਼ਮਣ ਦੇ ਵਿੱਚ ਵੀ ਸਾਨੂੰ ਜਿਉਂਦਿਆਂ ਰੱਖ ਸਕਦਾ ਹੈ। ਜੇ ਜੇ ਉਹਨੂੰ ਮਾਰਨਾ ਹੀ ਹੈ ਤਾਂ ਫਿਰ ਸਾਡਾ ਆਪਣਾ ਹੀ ਸਾਨੂੰ ਮਾਰ ਸਕਦਾ। ਬ੍ਰਹਮ ਗਿਆਨੀ ਦੇ ਅੰਦਰ ਭਰਮ ਨਹੀਂ ਹੁੰਦਾ, ਇਸ ਕਰਕੇ ਉਹ ਡਰਦਾ ਨਹੀਂ ਹੈਗਾ। ਉਹਨਾਂ ਲੋਕਾਂ ਨੇ ਬੰਦ ਕਟਵਾਏ, ਆਰਿਆਂ ਨਾਲ ਆਪਣੇ ਆਪ ਨੂੰ ਚਰਾਇਆ, ਖੋਪਰੀਆਂ ਲੋਹਾਈਆਂ, ਆਪਣੇ ਬੱਚਿਆਂ ਦੇ ਟੁਕੜੇ ਕਰਵਾ ਕਰ ਗਲਾਂ 'ਚ ਪਾਏ, ਪਰ ਡਰ ਨਹੀਂ ਮੰਨਿਆ, ਕਿਉਂ ਅੰਦਰ ਭਰਮ ਵੀ ਨਹੀਂ ਸੀ ਕੋਈ। ਸੋ ਇਸ ਲਈ ਜਦੋਂ ਮਨੁੱਖ ਹਰੀ ਦੇ ਚਰਨਾਂ ਨਾਲ ਚਿੱਤ ਲਾਉਂਦਾ, ਤੁਸੀਂ ਕਹੋ ਜੀ ਹਰੀ ਦੇ ਚਰਨ ਕਿਆ ਭਾਵ ਹੈ? ਪਰਮਾਤਮਾ ਨਾਮ, ਪਰਮਾਤਮਾ ਦਾ ਨਾਮ ਹੀ ਪਰਮਾਤਮਾ ਦੇ ਚਰਨ ਨੇ। ਹੋਰ ਕੋਈ ਪਰਮਾਤਮਾ ਬੰਦਾ ਨਹੀਂ, ਉਹਦੇ ਕੋਈ ਪੈਰ ਨੇ। ਗੱਲ ਸਮਝਾਉਣ ਲਈ ਹੁੰਦੀ ਹੈ, ਕਿਉਂਕਿ ਹਮੇਸ਼ਾ ਚਰਨਾਂ ਦਾ ਹੀ ਧਿਆਨ 'ਤੇ ਰਹਿ ਜਾਂਦਾ। ਜਦੋਂ ਵੀ ਕੋਈ ਭਜਨ ਬੰਦਗੀ ਕਰਦਾ, ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ, ਗੁਰੂ ਦੇ ਚਰਨਾਂ ਦਾ ਧਿਆਨ ਧਰਦਾ। ਭਾਵ ਹੈ ਇੱਥੇ ਪਰਮਾਤਮਾ ਦੇ ਚਰਨਾਂ ਤੋਂ ਭਾਵ ਹੈ ਪਰਮਾਤਮਾ ਦਾ ਨਾਮ। ਜਿਹੜਾ ਕਹਿੰਦੇ ਗੁਰ ਸ਼ਬਦ ਦੀ ਕਮਾਈ ਕਰ, ਚਰਨ ਗੁਰੂ ਦੇ ਚਰਨਾਂ ਨਾਲ ਚਿੱਤ ਲਾਉਂਦਾ ਹੈ, ਪਰਮਾਤਮਾ ਦੇ ਚਰਨਾਂ ਨਾਲ ਚਿੱਤ ਲਾਉਂਦਾ ਹੈ, ਭਰਮ ਗਿਆ ਪਉ ਭੱਗ ਗਿਆ। ਉਹਦਾ ਭਰਮ ਖਤਮ ਹੋ ਜਾਂਦਾ, ਡਰ ਖਤਮ ਹੋ ਜਾਂਦਾ। ਸੋ ਅਸੀਂ ਤਾਂ ਪਿਆਰ ਸਹਿਤ ਵਾਹਿਗੁਰੂ 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 ਕਰੀ ਜਾਣਾ, ਬਾਕੀ ਆਪੇ ਸਭ ਕੁਝ ਠੀਕ ਹੋ ਜਾਏਗਾ। ਅਰਦਾਸ ਕਰੋ ਨਾ ਕਰੋ, ਮੰਗੋ ਨਾ ਮੰਗੋ, ਉਹ ਮਿਲੀ ਹੀ ਜਾਣਾ ਹੈ। ਪਹਾੜ ਕੋਲੇ ਚਲੇ ਜਾਓ, ਠੰਡ ਮੰਗੋ ਨਾ ਮੰਗੋ, ਠੰਡ ਮਿਲਣੀ ਹੀ ਮਿਲਣੀ। ਜੋ ਪਹਾੜ 'ਚ ਗੁਣ ਹੈ ਉਹ ਤਾਂ ਤੁਹਾਨੂੰ ਪ੍ਰਾਪਤ ਹੋ ਜਾਣਾ ਹੈ। ਸੋ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਹੈ। ਸਮਾਂ ਪਾ ਕੇ ਹਰ ਇੱਕ ਚੀਜ਼ ਮਿਲਦੀ ਜਾਵੇਗੀ, ਅਤੇ ਸਮਾਂ ਪਾ ਕੇ ਹਰ ਇੱਕ ਚੀਜ਼ ਤੁਹਾਡੇ ਕੋਲ ਵਾਧੂ ਹੋ ਜਾਏਗੀ। ਜੋ ਵਾਧੂ ਹੋ ਜਾਏਗੀ ਫਿਰ ਤੁਸੀਂ ਆਪ ਦਾਨੀ ਹੋ ਜਾਓਗੇ, ਦਾਤੇ ਹੋ ਜਾਓਗੇ। ਸੋ ਇਸ ਲਈ ਸਾਡਾ ਕੰਮ ਹੈ ਵਾਹਿਗੁਰੂ 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 ਕਰਦੇ ਰਹਿਣਾ ਬਸ। ਗੁਰਮੁਖ ਸ਼ਬਦ ਕਮਾਈਏ ਹਰ ਵਸੈ ਮਨ ਆਏ। ਗੁਰਮੁਖ ਬਣ ਕੇ ਜਦੋਂ ਮਨੁੱਖ ਸ਼ਬਦ ਭਾਵ ਨਾਮ ਦੀ ਕਮਾਈ ਕਰਦਾ ਨਾ, ਨਾਮ ਜਪਦਾ ਰਹਿੰਦਾ ਜਪਦਾ ਰਹਿੰਦਾ ਜਪਦਾ ਰਹਿੰਦਾ ਜਪਦਾ ਰਹਿੰਦਾ, ਹਰ ਵਸੈ ਮਨ ਆਏ, ਪਰਮਾਤਮਾ ਦੇ ਮਨ 'ਚ ਆ ਕੇ ਵਸ ਜਾਂਦਾ। ਪਰਮਾਤਮਾ ਦੀ ਯਾਦ ਉਹਦੇ ਹਿਰਦੇ 'ਚ ਵਸ ਜਾਂਦੀ। ਇਸ ਲਈ ਅਸੀਂ ਤਾਂ ਬਸ ਵਾਹਿਗੁਰੂ 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 ਕਰੀ ਜਾਣਾ। ਫਿਰ ਕੀ ਹੋ ਗਿਆ? ਘਰ ਮਹਿਲ ਸੱਚ ਸਮਾਈਐ, ਜਮਕਾਲ ਨਾ ਸਕੈ ਖਾਏ। ਪਰਮਾਤਮਾ ਦੇ ਘਰ ਵਿੱਚ, ਪਰਮਾਤਮਾ ਦੇ ਮਹਿਲ ਵਿੱਚ, ਪਰਮਾਤਮਾ ਦੇ ਵਿੱਚ ਮਨੁੱਖ ਸਮਾ ਜਾਂਦਾ ਹੈ। ਫਿਰ ਜਮ ਕਾਲ, ਕਾਲ ਦਾ ਜਮ, ਮੌਤ ਦਾ ਜਮ, ਜਮ ਦੂਤ ਭਾਵ ਨਾ ਸਕੈ ਖਾਏ। ਉਹਦਾ ਕੁਛ ਨਹੀਂ ਵਿਗਾੜ ਸਕਦਾ। ਜਮ ਉਸਨੂੰ ਖਾ ਨਹੀਂ ਸਕਦਾ, ਭਾਵ ਉਸਦਾ ਕੁਛ ਨਹੀਂ ਵਿਗਾੜ ਸਕਦਾ। ਧਰਮ ਅਨੁਸਾਰ ਜਮ ਨਾਮ ਜਪਣ ਵਾਲੇ ਦੇ ਨੇੜੇ ਹੀ ਨਹੀਂ ਹੁੰਦਾ, ਵਿਗਾੜਨਾ ਤਾਂ ਕਿਤੇ ਉਹਦੇ ਨੇੜੇ ਹੀ ਨਹੀਂ ਹੁੰਦਾ।
ਨਮ ਛੀਂਬ ਕਬੀਰ ਜੋ ਲਾਹ। ਖਿਆਲ ਰੱਖਣਾ, ਇਹਨੂੰ ਛੀਂਬਾ ਪੜ੍ਹਨਾ, ਛੀਬਾ ਲਿਖਿਆ ਨਾ, ਪੜ੍ਹਨਾ ਛੀਂਬਾ। ਜੁਲਾਹਾ ਜਿਹੜਾ ਹੈ ਜਜੇ ਨੂੰ ਔਂਕੜ ਵੀ ਪਾਈ ਹੈ ਅਤੇ ਜਜੇ ਦੇ ਹੋੜਾ ਵੀ ਪਾਇਆ ਹੋਇਆ। ਅੱਜ ਦੀ ਪੰਜਾਬੀ ਦੇ ਵਿੱਚ ਇੱਕੋ ਹੀ ਚਿੰਨ੍ਹ ਹੁੰਦਾ, ਜੇ ਔਂਕੜ ਹੈ ਤਾਂ ਉੱਤੇ ਹੋੜਾ ਨਹੀਂ ਹੋਵੇਗਾ, ਇੱਕ ਮਾਤਰੇ ਕੋਈ ਲੱਗੀ ਹੁੰਦੀ ਹੈ ਅੱਜ ਦੀ ਪੰਜਾਬੀ। ਪਰ ਗੁਰਬਾਣੀ ਦੇਖੋ ਦੋ ਦੋ ਨੇ, ਔਂਕੜ ਵੀ ਲੱਗਾ ਹੋੜਾ ਵੀ ਲੱਗਾ। ਬੰਦਾ ਸੋਚਦਾ ਵੀ ਕੀ ਬੋਲਾਂ, ਜੋ ਲਾਹਾ ਬੋਲਾਂ ਕਿ ਜੁਲਾਹਾ ਬੋਲਾਂ। ਅਸਲ ਸ਼ਬਦ ਹੈ ਜੁਲਾਹਾ। ਫਲਾਣਾ ਬੰਦਾ ਕਬੀਰ ਸਾਹਿਬ ਜੁਲਾਹੇ ਸਨ, ਜਜੇ ਨੂੰ ਔਂਕੜ ਬੋਲਦੇ, ਅਸਲ ਹੈ ਜਜੇ ਨੂੰ ਔਂਕੜ ਬੋਲਣਾ। ਪਰ ਇੱਥੇ ਗੁਰਬਾਣੀ ਕਿਹਾ ਵੀ ਕਿਉਂਕਿ ਕੀਰਤਨ ਕਰਨਾ ਇਸ ਲਈ ਔਂਕੜ ਨਹੀਂ ਬੋਲਣਾ, ਇੱਥੇ ਹੋੜਾ ਬੋਲਣਾ, ਜੋ ਲਾਹਾ। ਇੱਥੇ ਜੁਲਾਹਾ ਨਹੀਂ ਕਹਿਣਾ, ਜੋ ਲਾਹਾ ਕਹਿਣਾ, ਹੋੜਾ ਬੋਲਣਾ। ਤਾਂ ਇਹ ਦੋ ਲਾਏ ਨੇ। ਨਮ ਛਿੰਬ ਕਬੀਰ ਜੋ ਲਾਹਾ, ਪੂਰੇ ਗੁਰ ਤੇ ਗਤ ਪਾਈ। ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਹਉਮੈ ਜ਼ਾਤ ਗਵਾਈ। ਜਾਤ ਨਹੀਂ ਹੁੰਦਾ, ਜ਼ਾਤ ਹੁੰਦਾ, ਜ਼ਾਤ ਪਾਤ। ਉਹ ਤਾਂ ਸੌਖਾ ਬਣਾ ਜਾਤ ਪਾਤ ਕਰ ਰਿਹਾ। ਜ਼ਾਤ ਜੱਜੇ ਦੇ ਪੈਰ 'ਚ ਬਿੰਦੀ। ਸੁਰ ਨਰ ਤਿਨ ਕੀ ਬਾਣੀ ਗਾਵੇਂ, ਕੋਈ ਨਾ ਮੇਟੇ ਭਾਈ। ਨਾਮਦੇਵ ਜੀ ਛਿੰਬੇ ਸਨ, ਕਬੀਰ ਜੀ ਜੁਲਾਹੇ ਸਨ। ਪੂਰੇ ਗੁਰ ਤੇ ਗਤ ਪਾਈ, ਪਰ ਪੂਰੇ ਗੁਰੂ ਰਾਹੀਂ ਉਹਨਾਂ ਨੂੰ ਗਤ ਹੁੰਦੇ ਉੱਚੀ ਤੋਂ ਉੱਚੀ ਆਤਮਿਕ ਅਵਸਥਾ, ਹੁਣ ਗਤ ਕਹਿੰਦੇ ਨੇ। ਦੂਜਾ ਗਤ ਦਾ ਅਰਥ ਹੁੰਦਾ ਮੁਕਤੀ, ਜੰਮਣ ਮਰਨ ਤੋਂ ਰਹਿਤ ਹੋ ਜਾਣਾ। ਨਾਮ ਛਿੰਬਾ ਹੈ, ਕਬੀਰ ਸਾਹਿਬ ਜੁਲਾਹੇ ਨੇ, ਪਰ ਉਹਨਾਂ ਪੂਰੇ ਗੁਰੂ ਤੋਂ ਮੁਕਤੀ ਪ੍ਰਾਪਤ ਹੋ ਗਈ। ਬ੍ਰਹਮ ਕੇ ਬੇਤੇ, ਬ੍ਰਹਮ ਪਰਮਾਤਮਾ ਨੂੰ ਕਹਿੰਦਾ, ਬੇਤੇ ਮੈਨੇ ਜਾਣੂ। ਉਹ ਪਰਮਾਤਮਾ ਦੇ ਜਾਣੂ ਸਨ, ਬ੍ਰਹਮ ਗਿਆਨੀ ਸਨ। ਸ਼ਬਦ ਪਛਾਣੇ, ਉਹਨਾਂ ਨੇ ਪਰਮਾਤਮਾ ਦੇ ਨਾਮ ਦੀ ਪਹਿਚਾਣ ਸੀ, ਨਾਮ ਦੀ ਮਹਾਨਤਾ ਦਾ ਉਹਨਾਂ ਨੂੰ ਪਤਾ ਸੀ। ਹਉਮੈ ਜ਼ਾਤ ਗਵਾਈ, ਉਹਨਾਂ ਦੇ ਅੰਦਰ ਜਿਹੜੀ ਹਉਮੈ ਸੀ ਭਾਵਨਾ, ਉਹ ਖਤਮ ਹੋ ਗਈ ਨਾਮ ਜਪ ਜਪ ਕੇ। ਕਿਉਂਕਿ ਜਿੱਥੇ ਪਰਮਾਤਮਾ ਹੋਏਗਾ ਉੱਥੇ ਹਉਮੈ ਹੋ ਹੀ ਨਹੀਂ ਸਕਦੀ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨ ਵਸੈ ਇੱਕ ਠਾਈ। ਹਉਮੈ ਦਾ ਅਤੇ ਨਾਮ ਦਾ ਆਪਸੀ ਵਿਰੋਧ ਹੈ। ਜਿੱਥੇ ਹਉਮੈ ਹੋਏਗੀ ਉੱਥੇ ਨਾਮ ਨਹੀਂ ਹੋਏਗਾ, ਅਤੇ ਜਿੱਥੇ ਨਾਮ ਹੋਏਗੀ ਉੱਥੇ ਹਉਮੈ ਨਹੀਂ ਹੋਏਗੀ। ਪਹਿਲਾਂ ਮਨੁੱਖ 'ਚ ਹਉਮੈ ਹੁੰਦੀ ਹੈ, ਕਿਸੇ 'ਚ ਥੋੜ੍ਹੀ, ਕਿਸੇ 'ਚ ਬਹੁਤੀ। ਜਦੋਂ ਨਾਮ ਜਪਦਾ ਜਾਂਦਾ, ਜਪਦਾ ਜਾਂਦਾ, ਜਪਦਾ, ਹੌਲੀ ਹੌਲੀ ਹਉਮੈ ਘਟਦੀ ਜਾਂਦੀ ਹੈ। ਇੱਕ ਦਿਨ ਪਰਮਾਤਮਾ ਅੰਦਰ ਪ੍ਰਗਟ ਹੋ ਜਾਂਦਾ, ਜਦੋਂ ਪਰਮਾਤਮਾ ਪ੍ਰਗਟ ਹੁੰਦਾ, ਹਉਮੈ ਟੋਟਲ ਅੰਦਰੋਂ ਖਤਮ ਹੋ ਜਾਂਦੀ ਹੈ। ਜਿਵੇਂ ਕਮਰੇ 'ਚ ਹਨੇਰਾ, ਆਪਾਂ ਲਾਈਟ ਜਗਾਤੀ ਹੈ, ਹਨੇਰਾ ਆਪਣੇ ਆਪ ਖਤਮ ਹੋ ਗਿਆ। ਜੋ ਹੀ ਚਾਨਣ ਹੁੰਦਾ, ਹਨੇਰਾ ਆਪਣੇ ਆਪ ਖਤਮ ਹੋ ਜਾਂਦਾ। ਇਸੇ ਤਰ੍ਹਾਂ ਜਦੋਂ ਬ੍ਰਹਮ ਗਿਆਨ ਹੁੰਦਾ ਅੰਦਰ, ਤਾਂ ਜੇ ਹਉਮੈ ਹੈ ਉਹ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਹਉਮੈ ਕਾਰਨ ਜੇ ਕੋਈ ਜਾਤ ਪਾਤ ਦੀ ਵੀ ਹਉਮੈ ਵੀ ਖਤਮ ਹੋ ਜਾਂਦੀ ਹੈ। ਸੋ ਇਸ ਲਈ ਹਉਮੈ ਵਾਲਾ ਸੁਭਾਅ ਹੀ ਮਨੁੱਖ ਦਾ ਖਤਮ ਹੋ ਜਾਂਦਾ ਹੈ। ਸੁਰ ਨਰ ਤਿਨ ਕੀ ਬਾਣੀ ਗਾਵੇਂ, ਇਹੋ ਜਿਹੜੇ ਬ੍ਰਹਮ ਕੇ ਬੇਤੇ ਰਹੇ, ਜਿਹੜੇ ਜੇ ਪਰਮਾਤਮਾ ਦੇ ਜਾਣੂ ਨੇ, ਜੋ ਬ੍ਰਹਮ ਗਿਆਨੀ ਹਨ। ਸੁਰ ਨਰ ਦੇਵਤਿਆਂ ਵਰਗੇ ਮਨੁੱਖ, ਪਾਪ ਭਲੇ ਮਨੁੱਖ। ਸੁਰ ਨਰ ਤਿਨ ਕੀ ਬਾਣੀ ਗਾਵੇਂ, ਇਹੋ ਜਿਹਾਂ ਦੀ ਨਾਮਦੇਵ ਵਰਗਿਆਂ ਦੀ, ਕਬੀਰ ਸਾਹਿਬ ਦੀ ਬਾਣੀ ਕਹਿੰਦੇ ਦੇਵਤਿਆਂ ਵਰਗੇ ਜਿਹੜੇ ਮਨੁੱਖ ਨੇ ਉਹ ਗਾਉਂਦੇ ਨੇ। ਪੂਰੇ ਗੁਰ ਤੇ ਗਤ ਪਾਈ, ਕੋਈ ਨਾ ਮੇਟੇ, ਕੋਈ ਨਾ ਮੇਟੇ ਭਾਈ। ਅਤੇ ਉਹਨਾਂ ਦੀ ਜਿਹੜੀ ਹੈ ਇੱਜ਼ਤ, ਉਹਨਾਂ ਜੋ ਵਡਿਆਈ ਹੈ ਸੰਸਾਰ 'ਚ, ਉਹਨੂੰ ਕੋਈ ਨਹੀਂ ਮਿਟਾ ਸਕਦਾ। ਲੋਕ ਤਾਂ ਉਹਨਾਂ ਦੀ ਬਾਣੀ ਨੂੰ ਗਾਉਂਦੇ ਨੇ। ਦੇਖੋ ਆਪਾਂ ਜੇ ਬਾਣੀ ਗਾਉਂਦੇ ਵਿੱਚ ਹੀ ਭਗਤਾਂ ਦੇ ਸ਼ਬਦ ਗਾਉਂਦੇ ਕਿ ਨਹੀਂ। ਸੋ ਜਿੰਨੀਆਂ ਵੱਡੀਆਂ ਵੱਡੀਆਂ ਰੂਹਾਂ ਨੇ, ਸਭ ਕਹਿੰਦੇ ਉਹਨਾਂ ਦੀ ਬਾਣੀ ਗਾਉਂਦੇ ਨੇ, ਅਤੇ ਉਹਨਾਂ ਦੀ ਇੱਜ਼ਤ ਨੂੰ
ਭਗਤਾਂ ਦੀ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ, ਕਿਉਂਕਿ ਜਿਹੜੀ ਇੱਜ਼ਤ ਪਰਮਾਤਮਾ ਦੇ ਦਰ ਤੋਂ ਮਿਲ ਜਾਂਦੀ ਹੈ ਉਹਨੂੰ ਕੋਈ ਨਹੀਂ ਮਿਟਾ ਸਕਦਾ। ਜਿਹੜੀ ਆਪਾਂ ਕਿਸੇ ਨੂੰ ਇੱਜ਼ਤ ਦਿੱਤੀ ਉਹ ਅੱਜ ਹੈਗੀ, ਕੱਲ੍ਹ ਨੂੰ ਨਹੀਂ ਹੈਗੀ। ਜੇ ਆਪਾਂ ਨੇ ਵੋਟਾਂ ਪਾ ਕੇ ਕਿਸੇ ਨੂੰ ਜਿਤਾਤਾ ਹੈ, 5 ਸਾਲਾਂ ਬਾਅਦ ਅਸੀਂ ਹੀ ਉਹਨੂੰ ਹਰਾ ਦਿੰਦੇ, ਕਿਉਂਕਿ ਉਹ ਸਾਡੇ ਕਾਰਨ ਜਿੱਤਿਆ ਸੀ, ਅਸੀਂ ਉਹਨੂੰ ਹਰਾਤਾ। ਜਿਹਨੂੰ ਪਰਮਾਤਮਾ ਦੇ ਦਰ ਤੋਂ ਵਡਿਆਈ ਮਿਲਦੀ, ਉਹਦੀ ਵਡਿਆਈ ਨੂੰ ਕੋਈ ਨਹੀਂ ਮਿਟਾ ਸਕਦਾ। ਦੈਤ ਪੁੱਤ, ਹਿੰਦੀ ਦਾ ਸ਼ਬਦ ਹੈ ਦੈਤਯ, ਦੱਦੇ ਦਲਾਵਾਂ ਅੱਧਾ ਤੱਤਾ ਯਈਆ, ਦੈਤਯ, ਉਸ ਤੋਂ ਬਣੇ ਦੈਤ। ਪੰਜਾਬੀ ਜਿਹੜੇ ਕਹਿੰਦੇ ਦੈਂਤ, ਰਾਖਸ਼ ਨੂੰ ਕਹਿੰਦੇ, ਹਿੰਦੀ 'ਚ ਦੈਤ ਕਹਿੰਦੇ ਨੇ, ਪੰਜਾਬੀ 'ਚ ਦੈਂਤ ਕਹਿੰਦੇ ਨੇ। ਇਸੇ ਦੈਤ ਬੋਲੋ ਚਾਹੇ ਦੈਂਤ ਬੋਲੋ, ਇੱਕੋ ਹੀ ਗੱਲ ਹੈ। ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ, ਦੂਜਾ ਭਾਉ ਨਾ ਜਾਣੇ, ਸਤਿਗੁਰ ਭੇਟਿਆ ਨਿਰਮਲ ਹੋਆ, ਅਣਦਿਨ ਨਾਮ ਵਖਾਣੇ, ਏਕੋ ਪੜ੍ਹੈ ਏਕੋ ਨਾਉ ਬੂਝੈ, ਦੂਜਾ ਅਵਰ ਨ ਜਣ। ਦੈਤ ਪੁੱਤ ਹਰਨਾਕਸ਼ ਦਾ ਲੜਕਾ ਪ੍ਰਹਿਲਾਦ, ਹਰਨਾਕਸ਼ ਨੂੰ ਦੈਂਤ ਕਹਿੰਦੇ ਸੀ, ਰਾਖਸ਼ ਹੈ ਜੀ ਇਹ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਜਿਹੜਾ ਹੈ, ਸ਼ਬਦ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ। ਜਿਹੜਾ ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਹੈ, ਉਹ ਕੋਈ ਧਾਰਮਿਕ ਕਰਮ ਨਹੀਂ ਕਰਦਾ, ਕਿਛ ਸੰਜਮ ਨਾ ਪੜ੍ਹੇ, ਅਤੇ ਜਿਹੜੇ ਇੰਦਰੀਆਂ ਨੂੰ ਕੰਟਰੋਲ ਕਰਨ ਦੇ ਸਾਧਨ ਜਿਹੜੇ ਹੁੰਦੇ ਉਹਨਾਂ ਨਹੀਂ ਪੜ੍ਹਦਾ। ਕਰਦਾ ਕੀ ਹੈ? ਦੂਜਾ ਭਾਵ ਨਾ, ਉਹ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਪਿਆਰ ਹੀ ਨਹੀਂ ਕਰਦਾ। ਦੂਜਾ ਭਾਵ ਹੁੰਦਾ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਪਿਆਰ ਕਰਨਾ। ਉਹ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਪਿਆਰ ਹੀ ਨਹੀਂ ਕਰਦਾ। ਜੋ ਉਸ ਵੇਲੇ ਦੇ ਸੰਜਮ ਸਨ, ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ। ਉਹ ਜਿਹੜੇ ਧਾਰਮਿਕ ਕਰਮ ਜਿਹੜੇ ਉਸ ਵੇਲੇ ਦੇ ਲੋਕ ਕਰਦੇ, ਉਹ ਨਹੀਂ ਕਰਦਾ। ਸਤਿਗੁਰ ਭੇਟਿਆ ਨਿਰਮਲ ਹੋਆ, ਗੁਰੂ ਨੂੰ ਮਿਲਣ ਕਰਕੇ ਪ੍ਰਹਿਲਾਦ ਨਿਰਮਲ ਹੋ ਗਿਆ। ਹੁਣ ਦਿਨ ਨਾਮ ਵਿਖਾਉਣਾ, ਹੁਣ ਦਿਨ ਰਾਤ ਉਹ ਨਾਮ ਜਪਦਾ ਰਹਿੰਦਾ ਹੈ। ਜਿਉਂ ਨਾਮ ਜਪ ਕੇ ਸਾਡਾ ਮਨ ਪਵਿੱਤਰ ਹੋ ਜਾਏਗਾ, ਤਿਉਂ ਅਸੀਂ ਹੋਰ ਨਾਮ ਜਪੀ ਜਾਵਾਂਗੇ। ਮਨ ਮੈਲਾ ਹੋਣ ਕੇ ਨਾਮ ਜਪਣ ਨੂੰ ਜੀਅ ਨਹੀਂ ਕਰਦਾ। ਚੋਰ ਦਾ, ਡਾਕੂ ਦਾ, ਲੁਟੇਰੇ ਦਾ, ਠੱਗ ਦਾ, ਬਦਮਾਸ਼ ਦਾ, ਇਹਨਾਂ ਲੋਕਾਂ ਦਾ ਨਾਮ ਜਪਣ ਨੂੰ ਜੀਅ ਨਹੀਂ ਕਰਦਾ, ਕਿਉਂਕਿ ਮਨ ਮੈਲੇ ਨੇ। ਮਨ ਮੈਲੇ ਨੇ। ਜੇ ਕਿਤੇ ਕਿਰਪਾ ਹੋ ਜਾਏ ਫਿਰ ਨਾਮ ਜਪਦੇ ਨੇ। ਜਿਉਂ ਨਾਮ ਜੇ ਮਨ ਸਾਫ਼ ਹੁੰਦਾ, ਜਿਉਂ ਮਨ ਨਿਰਮਲ ਹੁੰਦਾ, ਹੋਰ ਨਾਮ ਜਪਣ ਨੂੰ ਜੀਅ ਕਰਦਾ, ਫਿਰ ਹੋਰ ਨਾਮ ਜਪਦਾ, ਫਿਰ ਹੋਰ ਨਿਰਮਲ ਹੁੰਦਾ, ਫਿਰ ਹੋਰ ਨਾਮ ਜਪਣ ਨੂੰ ਜੀਅ ਕਰਦਾ, ਫਿਰ ਹੋਰ ਨਾਮ ਜਪਦਾ, ਫਿਰ ਇੱਕ ਦਿਨ ਬਿਲਕੁਲ ਨਿਰਮਲ ਹੋ ਜਾਂਦਾ। ਜਿੱਦੇ ਬਿਲਕੁਲ ਨਿਰਮਲ ਹੁੰਦਾ, ਇਸ ਨਿਰਮਲ ਦਾ ਮੇਲ ਪਰਮਾਤਮਾ ਨਿਰਮਲ ਨਾ ਹੋ ਜਾਂਦਾ। ਬਸ ਜਿੰਨਾ ਮਨ ਮੈਲਾ ਹੋਏਗਾ, ਉਨਾ ਹੀ ਨਾਮ ਜਪਣ ਨੂੰ ਜੀਅ ਨਹੀਂ ਕਰੇਗਾ। ਇਹ ਨਿਸ਼ਾਨੀ ਹੈ। ਕਹੀ ਜੋ ਕਿਸੇ ਨੂੰ, ਉਹ ਆਉਂਦੇ ਹੀ ਨਹੀਂ ਇਸ ਪਾਸੇ। ਮਨ ਇੰਨਾ ਮੈਲਾ ਹੈ ਕਿ ਪਹਿਲਾਂ ਤੁਹਾਡੀ ਗੱਲ ਹੀ ਨਹੀਂ ਸੁਣਨ ਨੂੰ ਤਿਆਰ। ਜੇ ਸੁਣ ਲੈਂਦਾ, ਮੰਨਦਾ ਨਹੀਂ ਹੈਗਾ, ਸੁਣਿਆ ਅਣਸੁਣਿਆ ਕਰ ਦਿੰਦਾ। ਸੋ ਇਸ ਲਈ ਕਹਿੰਦੇ ਦਿਨ ਰਾਤ ਹੁਣ ਨਾਮ ਜਪਦਾ, ਕਿਉਂਕਿ ਨਿਰਮਲ ਹੋ ਗਿਆ ਹੈ। ਏਕੋ ਪੜ੍ਹੈ ਏਕੋ ਨਾ ਬੂਝੈ, ਦੂਜਾ ਅਵਰ ਨਾ ਜਾਣੈ। ਉਹ ਇੱਕ ਪਰਮਾਤਮਾ ਬਾਰੇ ਹੀ ਪੜ੍ਹਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਹੀ ਜਾਣਦਾ ਹੈ। ਦੂਜਾ ਅਵਰ ਨਾ ਜਾਣੇ, ਉਹ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ ਹੈ। ਉਹਦਾ ਹੋਰ ਕਿਸੇ ਨਾਲ ਕੋਈ ਵਾਹ ਵਾਸਤਾ ਨਹੀਂ। ਬਸ ਬਾਪ ਨੇ ਬੜਾ ਕਿਹਾ, ਤੂੰ ਮੇਰਾ ਨਾਮ ਜਪਿਆ ਕਰ, ਵੀ ਸਾਰਾ ਦੇਸ਼ ਮੇਰਾ ਨਾਮ ਜਪਦਾ, ਤੂੰ ਮੇਰਾ ਨਾਮ ਜਪਿਆ ਕਰ। ਕਹਿੰਦੇ ਨਹੀਂ ਪਿਤਾ ਜੀ, ਜਿਸ ਨੇ ਤੁਹਾਨੂੰ ਬਣਾਇਆ ਮੈਂ ਤਾਂ ਉਹਦਾ ਨਾਮ ਜਪੂੰ। ਜਿਸ ਨੇ ਤੁਹਾਨੂੰ ਬਣਾਇਆ ਮੈਂ ਤਾਂ ਉਹਦਾ ਨਾਮ ਜਪੂੰਗਾ। ਉਹ ਬੜੀਆਂ ਸਜ਼ਾਵਾਂ ਦਿੰਦਾ, ਉਹ ਪਰਵਾਹ ਨਹੀਂ ਕਰਦਾ। ਕਦੇ ਪੁੱਤਰ ਨੂੰ ਪਹਾੜ 'ਤੇ ਚੱਕ ਕੇ ਹੇਠਾਂ ਸੁੱਟਦਾ ਹੈ, ਕਦੇ ਪਾਣੀ 'ਚ ਡੋਬਦਾ ਹੈ, ਕਦੇ ਅੱਗ 'ਚ ਸੁੱਟਦਾ ਹੈ। ਉਹ ਨਹੀਂ, ਪਰ ਕਦੇ ਮੈਂ ਤਾਂ ਰਾਮ ਰਾਮ ਹੀ ਕਰੂੰਗਾ। ਬਸ
ਨਹੀਂ ਕਰਦਾ ਮੈਂ ਹਰਨਾਖਸ਼ ਨਹੀਂ ਕਰਦਾ। ਉਹਨੇ ਹੋਰ ਕਿਸੇ ਦਾ ਨਾਮ ਜਪੇ ਹੀ ਨਹੀਂ, ਬਸ ਪਰਮਾਤਮਾ ਦਾ ਨਾਮ ਹੀ ਜਪਦਾ ਰਿਹਾ। ਖਾਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇਂ ਤਾਂ ਗਤ ਮਿਤ ਭਾਵੇਂ, ਹਰ ਜੀਉ ਮਨ ਵਸਾਏ। ਇੱਥੇ ਲਿਖਿਆ ਮਨ ਹੈ, ਇਹਨੂੰ ਮਨ ਨਹੀਂ ਪੜ੍ਹਨਾ, ਮਨ ਹੁੰਦਾ ਮੰਨਣਾ। ਇਹ ਉੱਤੇ ਟਿੱਪੀ ਨਹੀਂ ਬੋਲਣੀ, ਮਨ ਪੜ੍ਹਨਾ, ਮਨ ਵਿੱਚ। ਅਤੇ ਇਹਨੂੰ ਮਨ ਜ਼ੋਰ ਲਾ ਕੇ ਨਹੀਂ ਬੋਲਣਾ, ਪੋਲਾ ਕਰਕੇ ਬੋਲਣਾ ਮਨ। ਹਰ ਜੀਉ ਮਨ ਵਸਾਏ। ਤੁਸੀਂ ਕਹੋ ਫਿਰ ਟਿੱਪੀ ਕਿਉਂ ਲਾਈ ਹੈ? ਜਿਹੜੀ ਕਵਿਤਾ ਹੁੰਦੀ ਹੈ ਉਸ ਦੇ ਵਿੱਚ ਨਾ ਮਾਤਰਾਵਾਂ ਪੂਰੀਆਂ ਕਰਨੀਆਂ ਹੁੰਦੀਆਂ। ਕੁਝ ਲਘੂ ਮਾਤਰਾ ਹੁੰਦੀਆਂ ਨੇ, ਕੁਝ ਗੁਰੂ ਮਾਤਰਾ ਹੁੰਦੀਆਂ। ਜਿਵੇਂ ਸਿਹਾਰੀ ਹੈ, ਇਹ ਲਘੂ ਮਾਤਰਾ ਹੈ, ਛੋਟੀ ਆਵਾਜ਼ ਦੀ। ਬਿਹਾਰੀ ਜਿਹੜੀ ਹੈ ਗੁਰੂ ਮਾਤਰਾ ਦੀ ਆਵਾਜ਼ ਲੰਮੀ ਹੈ। ਔਂਕੜ ਹੈ, ਇਹ ਲਘੂ ਮਾਤਰਾ ਹੈ। ਦੁਲੈਂਕੜ ਨੇ ਇਹਦੀ ਮਾਤਰਾ ਵੱਡੀ ਹੈ, ਇਹ ਗੁਰੂ ਮਾਤਰਾ ਹੈ। ਗੁਰੂ ਮੈਨੇ ਵੱਡਾ। ਇੱਕ ਤਾਂ ਗੁਰੂ ਵੈਸੇ ਗੁਰੂ ਹੁੰਦਾ, ਦੂਜਾ ਗੁਰੂ ਦਾ ਮਤਲਬ ਹੁੰਦਾ ਵੱਡਾ। ਉਹ ਮਾਤਰਾਵਾਂ ਪੂਰੀਆਂ ਕਰਨ ਲਈ ਮੰਮੇ 'ਤੇ ਟਿੱਪੀ ਲਾਈ ਹੈ, ਬੋਲਣ ਲਈ ਨਹੀਂ ਲਾਈ। ਇਹ ਬੋਲਣ ਲਈ ਨਹੀਂ, ਫਿਰ ਤਾਂ ਮਨ ਅਰਥ ਹੀ ਬਦਲ ਜਾਏਗਾ। ਜੇ ਤੁਸੀਂ ਇਹਨੂੰ ਮਨ ਪੜ੍ਹੋਗੇ ਤਾਂ ਮਨ ਬਣੇ ਮੰਨਣਾ। ਇਹ ਹੈਗਾ ਮਨ ਵਿੱਚ। ਇਸ ਕਰਕੇ ਤੁਸੀਂ ਦੇਖਿਆ ਕਿਤੇ ਆਨੰਦ ਲਿਖਿਆ ਹੈ, ਕਿਤੇ ਆਨੰਦ ਲਿਖਿਆ ਹੈ। ਉਹ ਮਾਤਰਾਵਾਂ ਪੂਰੀਆਂ ਕਰਨ ਲਈ ਕਿਤੇ ਨੰਨੇ ਦੀ ਟਿੱਪੀ ਨਹੀਂ ਲਾਈ, ਆਨੰਦ ਲਿਖਦਾ ਅੜਾ ਨੰਨਾ ਦੱਦਾ। ਪਰ ਪੜ੍ਹਨਾ ਸੀ ਉਸ ਨੂੰ ਆਨੰਦ ਹੈ, ਕਿਉਂਕਿ ਅਸਲ ਸ਼ਬਦ ਆਨੰਦ ਹੈ, ਆਨੰਦ ਦਾ ਸ਼ਬਦ ਹੀ ਕੋਈ ਨਹੀਂ ਹੈਗਾ। ਉਹ ਮਾਤਰਾਵਾਂ ਪੂਰੀਆਂ ਕਰ ਲਈ, ਉਸ 'ਤੇ ਟਿੱਪੀ ਨਹੀਂ ਲਾਈ। ਇੱਥੇ ਮਾਤਰਾ ਪੂਰੀਆਂ ਕਰ ਲਈ, ਉੱਤੇ ਟਿੱਪੀ ਲਾਈ ਤਾਂ ਜੋ ਮਾਤਰਾ ਪੂਰੀਆਂ ਹੋ ਜਾਣ। ਇਹ ਖਿਆਲ ਰੱਖਣਾ। ਕਵਿਤਾ ਦੇ ਆਪਣੇ ਨਿਯਮ ਹੁੰਦੇ ਨੇ, ਵਾਰਤਕ ਦੇ ਆਪਣੇ ਨਿਯਮ ਹੁੰਦੇ ਨੇ। ਇਹੀ ਕਾਰਨ ਹੈ ਕਿ ਜਿੰਨੀਆਂ ਤੁਸੀਂ ਵਾਰਤਕ ਕਿਤਾਬਾਂ ਪੜ੍ਹਦੇ ਤੁਹਾਨੂੰ ਟੀਚਰ ਜਾਂ ਪ੍ਰੋਫੈਸਰ ਦੀ ਲੋੜ ਨਹੀਂ। ਪਰ ਜਦ ਤੁਸੀਂ ਕਵਿਤਾ ਪੜ੍ਹਨੀ, ਚਾਹੇ ਪਹਿਲੀ 'ਚ ਚਾਹੇ MA 'ਚ, ਉਹ ਪ੍ਰੋਫੈਸਰ ਹੀ ਤੁਹਾਨੂੰ ਉਹਦਾ ਅਰਥ ਸਮਝਾਏਗਾ ਕਵਿਤਾ ਦਾ। ਕਿਉਂਕਿ ਕਵਿਤਾ ਨੂੰ ਸਿੱਧਿਆਂ ਨਹੀਂ ਸਮਝ ਸਕਦਾ ਬੱਚਾ, ਉਹ ਪ੍ਰੋਫੈਸਰ ਜਾਂ ਟੀਚਰ ਹੀ ਉਸ ਨੂੰ ਸਮਝਾਉਂਦਾ ਹੈ। ਜਿਵੇਂ ਤੁਹਾਨੂੰ ਸਮਝਾਇਆ ਜਾ ਰਿਹਾ ਵੀ ਬੋਲਣਾ ਮਨ ਹੈ, ਲਿਖਿਆ ਮਨ ਹੈ। ਵੀ ਕਿਉਂ ਮਨ ਲਿਖਿਆ, ਉਹ ਤੁਹਾਨੂੰ ਕਾਰਨ ਦੱਸਦਾ। ਮਾਤਰਾਵਾਂ ਪੂਰੀਆਂ ਕਰ ਲਈ। ਕਿਤੇ ਆਨੰਦ ਲਿਖਿਆ, ਕਿਤੇ ਆਨੰਦ ਲਿਖਿਆ। ਜਿੱਥੇ ਤਾਂ ਮਾਤਰਾ ਪੂਰੀ ਆਲਰੇਡੀ ਉੱਥੇ ਆਨੰਦ ਲਿਖਦਾ। ਜਿੱਥੇ ਮਾਤਰਾ ਵੱਧ ਰਹੀ ਸੀ ਨਾ, ਉੱਥੇ ਨੰਨੇ ਦੀ ਟਿੱਪੀ ਨਹੀਂ ਲਾਈ ਤਾਂ ਜੋ ਮਾਤਰਾ ਪੂਰੀ ਹੋ ਜਾਏ। ਇਸ ਕਰਕੇ ਹੈ ਪੜ੍ਹਨਾ ਆਨੰਦ ਹੀ ਹੈ ਉਸ ਨੂੰ। ਜਿਵੇਂ ਪੜ੍ਹਨਾ ਇਸ ਨੂੰ ਮਾਨ ਹੈ, ਮਾਨ ਜਿਵੇਂ ਇਸ ਤਰ੍ਹਾਂ ਪੜ੍ਹਨਾ, ਪਰ ਮਾਤਰਾ ਪੂਰੀ ਕਰਨ ਲਈ ਟਿੱਪੀ ਲਾਈ ਹੋਈ ਹੈ। ਹਰ ਜਿਉ ਮਨ ਵਸਾਏ, ਸੱਚੀ ਬਾਣੀ ਸਿਉ ਚਿਤ ਲਾਗੈ, ਆਵਣ ਜਾਣ ਰਹਾਏ। ਖਟ ਦਰਸ਼ਨ 6 ਸ਼ਾਸਤਰ, ਖਟ 6 ਨੂੰ ਕਹਿੰਦੇ ਨੇ, ਸੰਸਕ੍ਰਿਤ ਦੇ ਖਸ਼ਟ ਕਹਿੰਦੇ ਨੇ। ਖਸ਼ਟ ਰਾਗ ਉਨ ਗਾਏ, ਸੰਗ ਰਾਗਨੀ 30। ਉਸ ਖਸ਼ਟ ਤੋਂ ਖਟ ਹੈ। ਜਿਹਨੂੰ ਨਹੀਂ ਪਤਾ ਵਿਚਾਰ ਉਹ ਬੋਲੂਗਾ ਖਸ਼ਟ ਰਾਗ ਉਨ ਗਾਏ, ਉਹ ਖਸ਼ਟ ਕਹਿੰਦਾ। ਉਹਨੂੰ ਪਤਾ ਨਹੀਂ ਵੀ ਅੱਧਾ ਸ਼ਸ਼ਾ ਹੁੰਦਾ ਇਹਦੇ 'ਚ, ਅੱਧਾ ਸ਼ਸ਼ਾ ਹੁੰਦਾ ਜਿਹੜਾ ਪੱਪੇ ਦੀ ਤਰ੍ਹਾਂ ਨਾ ਪੇਟ ਵਿੱਚ ਕੱਟਿਆ ਹੋਇਆ ਦਾ, ਉਹ ਹੁੰਦਾ ਖਸ਼ਟ। ਸੋ ਫਿਰ ਉਹ ਕਿਉਂਕਿ ਅੱਧਾ ਅਤੇ ਅੱਧੇ ਨੂੰ ਤੇਜ਼ੀ ਨਾਲ ਬੋਲਿਆ ਜਾਂਦਾ ਹੈ। ਪੂਰੇ ਨੂੰ ਜਿਵੇਂ ਥਾਲ ਵਿੱਚ ਤੈ ਵਸਤੂ ਪਈਓ, ਵਸਤੂ ਸਾਡੇ ਇੱਕ ਪਟਿਕ ਥਾਲ ਵਿੱਚ ਤੈ ਵਸਤੂ ਪਈਓ, ਉਹ ਵਸਤੂ ਪੜ੍ਹਦਾ। ਜਿਵੇਂ ਪੰਜਾਬੀ ਦਾ ਹੁੰਦਾ ਸ਼ਬਦ, ਇਹ ਪੰਜਾਬੀ ਦਾ ਨਹੀਂ ਹੈ। ਪੰਜਾਬੀ ਦਾ ਚੀਜ਼ ਹੈ ਵੀ ਇੰਨੀਆਂ ਚੀਜ਼ਾਂ ਲੈ ਕੇ ਆਉਣੀ। ਵਸਤੂ ਤਾਂ ਹਿੰਦੀ ਦਾ ਸ਼ਬਦ ਹੈ ਅਤੇ ਉਸ ਅੱਧੇ ਸੱਸੇ ਨਾਲ ਲਿਖਿਆ ਜਾਂਦਾ, ਕਿਉਂਕਿ ਅੱਧੇ ਸੱਸੇ ਨਾਲ ਲਿਖਿਆ ਜਾਂਦਾ, ਇਸ ਨੂੰ ਤੇਜ਼ੀ ਨਾਲ ਪੜ੍ਹਨਾ ਵਸਤੂ। ਜੇ ਪੂਰਾ ਸੱਸਾ ਹੁੰਦਾ ਫਿਰ ਆਪਾਂ ਪੜ੍ਹਦੇ ਵਸਤੂ, ਉਹ ਤਾਂ ਅੱਧੇ ਸੱਸੇ ਨਾਲ ਹਿੰਦੀ 'ਚ ਉਹਨੂੰ ਪੜ੍ਹਨਾ ਵਸਤੂ। ਇਸ ਤਰ੍ਹਾਂ ਖਸ਼ਟ ਅੱਧੇ ਸ਼ਸ਼ੇ ਨਾਲ ਹੈ।
ਸੋ ਜੇ ਤਾਂ ਗਿਆਨ ਹੋਵੇ ਭਾਸ਼ਾਵਾਂ ਦਾ ਜਾਂ ਸੰਥਿਆ ਚੱਜ ਨਾਲ ਲਈ ਹੋਵੇ ਫਿਰ ਤਾਂ ਗੱਲ ਬਣ ਸਕਦੀ ਹੈ, ਨਹੀਂ ਤਾਂ ਫਿਰ ਪਤਾ ਹੀ ਨਹੀਂ ਵੀ ਉਹਨੂੰ ਖਸ਼ਟ ਬੋਲਣਾ ਕਿ ਖਸ਼ਟ ਬੋਲਣਾ ਹੈ। ਇਸ ਕਰਕੇ ਨਾਲ ਨਾਲ ਦੱਸੀਦਾ ਤਾਂ ਜੋ ਸਾਨੂੰ ਪਤਾ ਲੱਗੇ ਕਿਸ ਭਾਸ਼ਾ ਦਾ ਸ਼ਬਦ ਹੈ ਅਤੇ ਉਹਦਾ ਉਚਾਰਨ ਕਿਵੇਂ ਕਰਨਾ। ਦੂਜੀ ਭਾਸ਼ਾ ਦੇ ਸ਼ਬਦ ਦਾ ਉਚਾਰਨ ਪੰਜਾਬੀ ਦੀ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਹੁੰਦਾ। ਹੁਣ ਫਾਰਸੀ ਦਾ ਸ਼ਬਦ ਹੈ ਮਸ਼ੱਕਤ, ਉਹਨੂੰ ਅਸੀਂ ਮਸਕਤ ਨਹੀਂ ਪੜ੍ਹ ਸਕਦੇ। ਲਿਖਿਆ ਤਾਂ ਮਮਾ ਸੱਸਾ ਕੱਕਾ ਤੱਤਾ, ਮਸਕਤ ਲਿਖਿਆ ਤਾਂ ਮਮਾ ਸੱਸਾ ਕੱਕਾ ਤੱਤਾ, ਪਰ ਇਹ ਫਾਰਸੀ ਦਾ ਸ਼ਬਦ ਹੋਣ ਕਰਕੇ ਫਾਰਸੀ ਦਾ ਉਚਾਰਨ ਹੈ ਮਸ਼ੱਕਤ। ਮੰਮਾ ਸ਼ਸ਼ੇ ਦੇ ਉੱਤੇ ਅਧਿਕ ਕੱਕਾ ਤੱਤਾ, ਮਸ਼ੱਕਤ ਫਾਰਸੀ ਦਾ ਸ਼ਬਦ ਹੈ। ਅਰਥ ਹੈ ਮਿਹਨਤ, ਅਰਥ ਹੈ ਮਿਹਨਤ। ਸੋ ਜੇ ਗਿਆਨ ਹੋਊਗਾ ਤਾਂ ਉਹਨੂੰ ਮਸ਼ੱਕਤ ਬੋਲੇਗਾ, ਨਹੀਂ ਤਾਂ ਮਸਕਤ ਪੜ੍ਹ ਦੇਗਾ। ਨਾ ਗਿਆਨ ਹੋਏਗਾ ਤਾਂ। ਇਸ ਲਈ ਕੋਈ ਵੀ ਜ਼ਬਾਨ ਅਸੀਂ ਸਿੱਖਣੀ ਹੈ, ਭਾਸ਼ਾ ਕੋਈ ਸਿੱਖਣੀ ਹੈ, ਉਹ ਬਹੁਤ ਮਿਹਨਤ ਮੰਗਦੀ ਹੈ ਅਤੇ ਪੰਜਾਬ ਦੇ ਲੋਕ ਮਿਹਨਤੀ ਰਹੇ ਹੀ ਨਹੀਂ ਹੈਗੇ। ਇਹ ਤਾਂ ਨਖਿੱਧ ਹੁੰਦੇ ਜਾ ਰਹੇ ਨੇ। 10 ਕੁ ਸਾਲਾਂ ਮੈਂ ਤੁਹਾਨੂੰ ਦਿਖਾ ਦੇ ਪੰਜਾਬ ਦਾ ਟੋਟਲ ਪੱਠਾ ਬਹਿ ਜਾਏਗਾ। ਸਾਨੂੰ ਕਿਸੇ ਨੇ ਦਵਾਨੀ ਦਾ ਨਹੀਂ ਖਰੀਦਣਾ, ਕੋਈ ਸਾਨੂੰ ਨਾ ਪ੍ਰਾਈਵੇਟ ਨੌਕਰੀ ਮਿਲੇ ਨਾ ਸਰਕਾਰੀ ਮਿਲਣੀ। ਸਰਕਾਰੀ ਨੌਕਰੀ ਲੈਣ ਲਈ ਤਾਂ ਬੜਾ ਇੰਟੈਲੀਜੈਂਟ ਬੰਦਾ ਚਾਹੀਦਾ। ਪ੍ਰਾਈਵੇਟ ਤਾਂ ਸਿਫਾਰਿਸ਼ ਨਾਲ ਚਲੇ ਜਾਓ ਕੁਝ ਪੜ੍ਹਦੇ। ਪ੍ਰਾਈਵੇਟ ਸਕੂਲਾਂ ਵਾਲੇ ਕਈ ਵਾਰੀ ਮੈਨੂੰ ਕਹਿੰਦੇ ਨੇ ਜੀ ਜਿਹੜੇ ਚੱਜ ਦੇ ਟੀਚਰ ਨੇ ਉਹ ਤਾਂ ਸਰਕਾਰੀ ਸਕੂਲਾਂ 'ਚ ਨੇ ਜੀ, ਜਿਹੜਾ ਨਹੀਂ ਜਿਹਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਉਹ ਸਾਡੇ ਕੋਲ ਆ ਜਾਂਦਾ ਜੀ, ਸਾਡੇ ਕੋਲ ਆ ਜਾਂਦਾ। ਸਰਕਾਰੀ ਨੌਕਰੀ ਦੇ ਮੰਨ ਲਓ ਟੀਚਰ ਚਾਹੀਦਾ 1000, 1 ਲੱਖ ਬੰਦੇ ਨੇ ਅਪਲਾਈ ਕਰਤਾ, ਉਹਨੇ ਤਾਂ ਫਿਰ ਉੱਪਰਲੇ ਟੌਪ ਦਾ 1000 ਲੈਣਾ ਨਾ। ਉਹ ਬਟਾ ਜਿਵੇਂ ਕੰਪਨੀ ਵਾਲੇ ਨੇ ਕਾਲਜਾਂ 'ਚ ਆਉਂਦੇ ਨੇ ਟੌਪ ਦੇ ਜਵਾਕ ਲੈ ਕੇ ਜਾਂਦੇ ਨੇ ਕਿ ਨਹੀਂ, ਉਹ ਤਾਂ ਟੌਪ ਦੇ ਲੈ ਕੇ ਜਾਣੇ। ਬਾਕੀ ਖੋਰ ਮਾਲਾ ਫਰਿਜ ਠੀਕ ਹੈ 5000 ਲੈਣੇ, 2000 ਲੈਣੇ, 3-3000 ਤੇ ਕੁੜੀਆਂ ਟੀਚਰ ਲੱਗੇ ਸਕੂਲਾਂ 'ਚ। ਗੌਰਮੈਂਟ ਦੇ ਵਿੱਚ ਸਿਲੈਕਟ ਹੋਣਾ ਬਹੁਤ ਇੰਟੈਲੀਜੈਂਟ ਬੰਦਾ ਚਾਹੀਦਾ। ਜਿੰਨੇ ਗੌਰਮੈਂਟ ਜਿਹੜੇ ਹਸਪਤਾਲਾਂ 'ਚ ਜਿਹੜੇ ਡਾਕਟਰ ਕੁਆਲੀਫਾਈਡ ਹੁੰਦੇ ਇਹਨੇ ਪ੍ਰਾਈਵੇਟ 'ਚ ਨਹੀਂ ਹੁੰਦੇ ਹੈਗੇ। ਉਹ ਤਾਂ ਬੜੇ ਕੁਆਲੀਫਾਈਡ ਨੇ, ਬੜਾ ਹੀ ਯੋਗ ਦੇ ਤਾਂ ਸਿਲੈਕਟ ਕਿਤੇ ਹੁੰਦੇ ਨੇ, ਐਵੇਂ ਥੋੜ੍ਹੇ ਸਿਲੈਕਟ ਹੋ ਜਾਣਗੇ। ਉਹ ਤਾਂ ਉਂਝ ਹੀ ਰੁਝਾਨ ਇੱਕ ਬਣ ਗਿਆ, ਪ੍ਰਾਈਵੇਟਾਂ ਜਾਣਦੇ ਹਨ, ਧੱਕੇ ਖਾਈ ਜੇ ਪ੍ਰਾਈਵੇਟ ਜੇ ਨੰਗ ਹੋ ਜੇ ਜਾ ਕੇ। ਹਨ ਸਰਕਾਰੀ ਹਸਪਤਾਲ ਨੇ ਇੰਨੇ ਯੋਗ ਡਾਕਟਰ ਉੱਥੇ ਬੈਠੇ ਨੇ। ਠੀਕ ਹੈ, ਦਵਾਈ ਤਾਂ ਜੇ ਹੁਣ ਕੁਝ ਹਸਪਤਾਲ 50% ਦਵਾਈ ਤਾਂ ਹਸਪਤਾਲ ਸਰਕਾਰੀ 'ਚ ਮਿਲਦੀ ਹੈ। ਫਿਰ ਸਾਨੂੰ ਤਾਂ ਇਹ ਵੀ ਨਹੀਂ ਗਿਆਨ ਹੈ ਕਿ ਜਿਹੜੀ ਅੰਦਰ ਦੁਕਾਨਾਂ ਨੇ ਹਸਪਤਾਲ ਦੇ ਉੱਥੇ ਤਾਂ ਬਹੁਤ ਸਸਤੀ ਦਵਾਈ ਮਿਲਦੀ ਹੈ ਨਾ। ਅਸੀਂ ਬਾਹਰ ਜਾਂਦੇ ਦਵਾਈ ਖਰੀਦਣ, ਹਸਪਤਾਲ ਬਾਹਰ ਜਾਂਦੇ। ਰਜਿੰਦਰਾ ਹਸਪਤਾਲ ਦੇ ਅੰਦਰ ਹੀ ਸਰਕਾਰੀ ਦੁਕਾਨਾਂ ਨੇ, ਜਿਹੜੇ ਬਾਹਰੋਂ ਤੁਹਾਨੂੰ 150 ਦਾ ਪੱਤਾ ਮਿਲਦਾ ਉੱਥੇ ਤੁਹਾਨੂੰ 40 ਰੁਪਏ ਦਾ ਅੰਦਰ ਮਿਲਦਾ। ਪਰ ਨਾ ਉਹ ਅੰਦਰ ਜਾਂਦੇ ਬਾਹਰ ਭੱਜੇ ਦਵਾਈ ਖਰੀਦਣ। ਅੰਦਰ 40 ਰੁਪਏ ਦਾ ਮਿਲ ਰਿਹਾ, ਬਾਹਰ 150 ਦਾ ਮਿਲ ਰਿਹਾ, ਉਹੀ ਦਵਾਈ ਹੈ। ਅਸੀਂ ਸਰਕਾਰ ਦੇ ਹੁਣ ਦੇਖੋ ਆਹ ਤ੍ਰਿਪੜੀ ਦਾ ਸਰਕਾਰੀ ਡਿਸਪੈਂਸਰੀ ਕਿ ਨਹੀਂ, ਇਹਦੇ ਸਾਹਮਣੇ ਗੌਰਮੈਂਟ ਨੇ ਦੁਕਾਨ ਖੋਲ੍ਹੀ ਹੋਈ ਹੈ। ਦਵਾਈ ਦੀ ਦੁਕਾਨ ਖੋਲ੍ਹੀ ਗੌਰਮੈਂਟ ਨੇ ਸਾਹਮਣੇ ਖੋਲ੍ਹੀ ਹੋਈ ਹੈ, ਪਰ ਬਹੁਤ ਲੋਕਾਂ ਨੂੰ ਘੱਟ ਪਤਾ। ਦੂਜੇ ਕਮਿਸਟਰ ਕੋਲ ਚਲੇ ਜਾਂਦੇ। ਮੈਂ ਉਹਨਾਂ ਕੋਲ ਗਿਆ, ਮੈਂ ਜੀ ਕਿੰਨੇ % ਛੱਡੋਗੇ ਜੀ? ਕਹਿੰਦੇ ਦੇਖੋ ਜੀ ਸਰਕਾਰੀ ਦੁਕਾਨ ਹੈ ਬਾਬਾ ਜੀ, ਅਸੀਂ ਤਾਂ ਕਰਮਚਾਰੀ ਹਾਂ, ਜਿੰਨੇ ਉੱਤੇ ਲਿਖਿਆ ਉਨੇ ਦੀ ਹੀ ਮਿਲੇਗੀ। ਉਹਨੇ ਤਾਂ ਮੈਂ ਲੈ ਲਈ। ਤ੍ਰਿਪੜੀ ਹੋਰ ਇੱਕ ਦੁਕਾਨ 'ਤੇ ਮੈਂ ਚਲਿਆ ਗਿਆ ਕਮਿਸਟਰ ਦੇ, ਮੈਂ ਇਹ ਕਿੰਨੇ ਦੀ ਹੈ? ਉਹ ਕਿੰਨੇ ਰੁਪਏ ਦਾ ਫਰਕ ਸੀ ਪੱਤੇ 'ਚ। ਨਹੀਂ, ਲੋਕਾਂ ਨੂੰ ਕੋਈ ਆਦਤ ਪੈ ਗਈ ਪ੍ਰਾਈਵੇਟ ਜਾਣ ਦੀ। ਬਸ ਇੱਕ ਵਾਰੀ ਮੇਰੀ ਮਿਸਿਸ ਕਹਿੰਦੀ ਪ੍ਰਾਈਵੇਟ ਹੀ ਮੈਨੂੰ ਦਿਖਾ ਕੇ ਲਿਓ। ਮੈਂ ਬੋਲੋ ਕਿਤੇ? ਅੰਮ੍ਰਿਤਸਰ ਦਿਖਾਓ। 2.5 ਘੰਟਿਆਂ ਬਾਅਦ ਵਾਰੀ ਆਈ, ਮੈਂ ਲੈ ਲਾ ਸਵਾਦ। ਰਜਿੰਦਰ ਹਸਪਤਾਲ ਦਾ ਮੈਂ ਡਾਕਟਰ ਜਾਣਦਾ ਹਾਂ, ਜਾਂਦੇ ਉਹਨੇ ਕਹਿੰਦੇ ਆਓ ਜੀ ਬਾਬਾ ਜੀ ਵਿਖਾਓ। ਮਿੰਟ 5 ਲੱਗਣੇ ਸਨ ਅਤੇ 2.5 ਘੰਟੇ ਤੂੰ ਬੈਠੇ ਸੀ, 2.5 ਘੰਟੇ ਇੱਥੇ ਮੈਂ ਬੈਠਾ ਰਿਹਾ, ਅਤੇ ਨਾਲੇ 250 ਫੀਸ ਦਿੱਤੀ। ਰਜਿੰਦਰ ਹਸਪਤਾਲ 10 ਰੁਪਏ ਦੀ ਪਰਚੀ ਬਣਾਓ, ਉਹ ਜਾਣਦੇ ਸਾਨੂੰ, ਉਹਨੇ ਕਹਿਣਾ ਆ ਜਾਓ ਜੀ। ਹਾਂਜੀ, ਨਹੀਂ ਫਿਰ ਨਹੀਂ ਮੁੜ ਕੇ ਗਏ।
ਕਹਿੰਦੇ ਮੈਨੂੰ ਤਾਂ ਪਤਾ, ਮੈਂ ਆਖਿਆ ਤੇ ਛੇਤੀ ਵਾਰੀ ਆ ਜਾਏਗੀ। ਮੈਂ ਭੁਲੇਖਿਆ ਤੁਹਾਨੂੰ, ਮੈਂ ਜਿਵੇਂ ਤੁਹਾਨੂੰ ਭੁਲੇਖਿਆ ਨਾ, ਐਂ 90% ਲੋਕਾਂ ਨੂੰ ਭੁਲੇਖਿਆ। ਸੋ ਇਸ ਲਈ ਮੇਰੇ ਨਾਲ ਜਿੱਥੇ ਮਰਜ਼ੀ ਜਾਓ, ਮੈਂ ਨਹੀਂ ਕਹਿੰਦਾ ਹੈਗਾ, ਪਰ ਗੌਰਮੈਂਟ ਦਾ ਹੀ ਹੁੰਦਾ। ਠੀਕ ਹੈ, ਪਹਿਲਾਂ ਸਹੂਲਤਾਂ ਘੱਟ ਸਰਕਾਰ ਨੇ ਦਿੱਤੀਆਂ, ਹੁਣ ਤਾਂ ਸਰਕਾਰ ਨੇ ਸਹੂਲਤਾਂ ਬਹੁਤ ਦਿੱਤੀਆਂ। ਹਾਂ, ਬੱਚਾ ਡਿਲੀਵਰੀ ਹੋਣੀ ਹੈ, ਤ੍ਰਿਪੜੀ ਦਾ ਸਰਕਾਰੀ ਹਸਪਤਾਲ ਹੈ, ਕਿੰਨਾ ਵਧੀਆ ਹਸਪਤਾਲ ਹੈ। ਹਾਂ, ਬੜੀ ਗਾਇਨੀ ਦੀਆਂ ਬੜੀਆਂ ਯੋਗ ਡਾਕਟਰ ਬੈਠੀਆਂ ਇੱਥੇ। ਜ਼ਰੂਰੀ ਬਾਹਰ 35,000 ਦੇਣਾ ਉਸੇ ਚੀਜ਼, ਜਿਹੜੇ ਕਿ ਇੱਥੇ ਮੁਫਤ 'ਚ ਹੁੰਦੇ ਡਿਲੀਵਰੀ। ਬਾਹਰ ਦੇ 40 ਹਜ਼ਾਰ ਰੁਪਏ ਲਾਓ ਜੀ। ਇੱਕ ਗਰੀਬ ਹੀ ਪ੍ਰਾਈਵੇਟ, ਮੈਂ ਤੂੰ ਮਹਾਮੂਰਖ ਹੈ, ਤੂੰ ਗਰੀਬ ਹੈ, ਤੂੰ ਦੱਸ ਪ੍ਰਾਈਵੇਟ ਡਿਲੀਵਰੀ ਕਰਾ ਕੇ ਕਿਆ ਕਰਨਾ ਵੇ? ਹੈਂ, 50,000 ਰੁਪਏ ਲਾਉਣਾ ਕਿ ਫਾਲਤੂ ਹੈ ਤੇਰੇ ਕੋਲ? ਕੋਈ ਦਿਹਾੜੀਦਾਰ ਤੂੰ ਬੰਦਾ ਹੈ, ਬਸ ਇੱਕ ਇੰਪ੍ਰੈਸ਼ਨ ਬਣ ਗਿਆ ਬਸ। ਹਾਂਜੀ, ਭਰਾੜ ਜਾਣਾ ਜੀ। ਹਾਂਜੀ, ਸੋ ਗੁਰੂ ਮਹਾਰਾਜ ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਨਾ ਜਾਏ। ਖਟ ਦਰਸ਼ਨ 6 ਸ਼ਾਸਤਰ ਨੇ, 6 ਸ਼ਾਸਤਰਾਂ ਨੂੰ ਪੜ੍ਹਨ ਵਾਲੇ ਜੋਗੀ ਸੰਨਿਆਸੀ ਹੁੰਦਾ ਜਿਹਨੇ ਘਰ ਬਾਰ ਛੱਡ ਕੇ ਸੰਨਿਆਸ ਲੈ ਲਿਆ, ਉਹਨੂੰ ਕਹਿੰਦੇ ਸੰਨਿਆਸੀ। ਪੁਰਾਣੇ ਜ਼ਮਾਨੇ 'ਚ ਰਿਵਾਜ ਸੀ ਵੀ ਘਰ ਬਾਰ ਹੀ ਛੱਡ ਜਾ ਭਜਨ ਬੰਦਗੀ ਲਈ। ਸਿੱਖ ਧਰਮ ਕਹਿੰਦੇ ਨਹੀਂ, ਘਰ ਬਾਰ ਛੱਡਣ ਦੀ ਲੋੜ ਨਹੀਂ, ਮੋਹ ਛੱਡ ਦਿਓ। ਤੁਸੀਂ ਮੋਹ ਛੱਡ ਦਿਓ, ਘਰ ਛੱਡਣ ਦੀ ਲੋੜ ਨਹੀਂ, ਮੋਹ ਛੱਡ ਦਿਓ ਬਸ। ਮੋਹ ਚੱਕ ਕੇ ਆਪਣੇ ਪਰਿਵਾਰ ਲਈ ਕੋਈ ਗਲਤ ਕੰਮ ਨਾ ਕਰੋ। ਮੋਹ ਦੀ ਨਿਸ਼ਾਨੀ ਕੀ ਹੈ? ਇਹਨੇ ਮਾਇਆ ਨਾਲ ਮੋਹ ਹੈ। ਜਦੋਂ ਮਾਇਆ ਨਾਲ ਮੋਹ ਹੋਏਗਾ ਤਾਂ ਹੀ ਚੋਰੀ ਹੋਵੇਗੀ, ਡਾਕੇ ਵੀ ਭੱਜਣਗੇ, ਲੁੱਟਾਂ ਖੋਹਾਂ ਵੀ ਹੋਣਗੀਆਂ, ਮਿਲਾਵਟਾਂ ਵੀ ਹੋਣਗੀਆਂ, ਧੋਖਾਧੜੀ ਵੀ ਹੋਵੇਗੀ, ਰਿਸ਼ਵਤਾਂ ਵੀ ਚੱਲਣਗੀਆਂ, ਕਿਉਂਕਿ ਮੋਹ ਹੈ। ਮਾਇਆ ਨਾਲ ਮੋਹ ਹੈ। ਅਤੇ ਗੁਰੂ ਮਹਾਰਾਜ ਕਿ ਨਹੀਂ, ਮੋਹ ਛੱਡੋ। ਤੁਸੀਂ ਮਾਇਆ ਨਹੀਂ ਛੱਡਣੀ, ਮੋਹ ਛੱਡੋ। ਧੀਆਂ ਪੁੱਤ ਨਹੀਂ ਛੱਡਣੇ, ਮੋਹ ਛੱਡੋ। ਮਹਾਤਮਾ ਬੁੱਧ ਆਪਣੀ ਘਰਵਾਲੀ ਅਤੇ ਆਪਣੇ ਪੁੱਤਰ ਨੂੰ ਰਾਤ ਨੂੰ ਸੁੱਤਿਆਂ ਪਿਆਂ ਨੂੰ ਛੱਡ ਕੇ ਚਲੇ ਗਏ। 12 ਸਾਲਾਂ ਬਾਅਦ ਘਰ ਆਏ ਅਤੇ ਉਹਨਾਂ ਦੀ ਘਰਵਾਲੀ ਕਹਿੰਦੀ, ਸਵਾਮੀ ਜੀ, ਜੋ ਤੁਹਾਨੂੰ ਜੰਗਲ 'ਚ ਜਾ ਕੇ ਪ੍ਰਾਪਤ ਹੋਇਆ, ਕੀ ਉਹ ਤੁਹਾਨੂੰ ਘਰ ਨਹੀਂ ਸੀ ਹੋ ਸਕਦਾ? ਅਤੇ ਮਾਤਾ ਬੁੱਧ ਚੁੱਪ, ਬੋਲੇ ਨਹੀਂ, ਵੀ ਹਾਂ ਹੋ ਸਕਦਾ ਸੀ, ਨਹੀਂ ਤਾਂ ਕਹਿੰਦੇ ਨਹੀਂ ਹੋ ਸਕਦਾ। ਚੁੱਪ ਕਰ ਰਹੇ ਕਿ ਸਵਾਮੀ ਜੀ, ਤੁਹਾਨੂੰ ਜੰਗਲਾਂ ਜਾ ਕੇ 12 ਸਾਲਾਂ ਬਾਅਦ ਜੋ ਪ੍ਰਾਪਤ ਹੋਇਆ, ਕਿ ਤੁਹਾਨੂੰ ਘਰ ਨਹੀਂ ਸੀ ਹੋ ਸਕਦਾ? ਸਭ ਕੁਛ ਹੋ ਸਕਦਾ ਹੁੰਦਾ। ਗੱਲ ਤਾਂ ਮੋਹ ਛੱਡਣ ਦੀ ਹੈ। ਅਸੀਂ ਧੀਆਂ ਪੁੱਤਾਂ ਨੂੰ ਨਹੀਂ ਛੱਡਣਾ, ਉਹਨਾਂ ਨੂੰ ਉਸੇ ਤਰ੍ਹਾਂ ਹੀ ਪਾਲਣਾ ਹੈ। ਆਪਣੀ ਡਿਊਟੀ ਦੇਣੀ ਹੈ ਪਿਤਾ ਮਾਤਾ ਦੀ, ਪਰ ਉਹਨਾਂ ਦੇ ਗਲਤ ਕੰਮਾਂ 'ਚ ਉਹਨਾਂ ਦੀ ਸਪੋਰਟ ਨਹੀਂ ਕਰਨੀ, ਬਸ ਆਹੀ ਹੈ। ਅਗਰ ਉਹਨਾਂ ਦੇ ਗਲਤ ਕੰਮਾਂ 'ਚ ਅਸੀਂ ਉਹਨਾਂ ਦਾ ਬਚਾਅ ਕਰਦੇ ਤਾਂ ਅਸੀਂ ਮੋਹ 'ਚ ਹਾਂ, ਅਤੇ ਮੋਹ 'ਚ ਆ ਕੇ ਹਮੇਸ਼ਾ ਹੀ ਗਲਤ ਕੰਮ ਹੋਏਗਾ। ਫਿਰ ਤਾਂ ਮੋਹ ਨਹੀਂ ਕਰਨਾ। ਬਸ ਜਦ ਤੁਸੀਂ ਗਲਤ ਕੰਮ ਲਈ ਬੱਚੇ ਦੇ ਮਗਰ ਜਾਓਗੇ, ਨੂੰ ਛੁਡਾਉਣ ਲਈ ਜਾਓਗੇ ਨਹੀਂ ਥਾਣੇ, ਆਪੇ ਹਟ ਜਾਏਗਾ, ਆਪੇ ਕੁੱਟ ਪਏਗੀ ਪਹਿਲੇ ਦਿਨ, ਆਪੇ ਟੇਕ। ਜੇ ਉਹਨੂੰ ਪਤਾ ਹਾਂ ਮੇਰਾ ਬਾਪੂ ਛੁਡਾ ਲਿਆਵੇਗਾ, ਉਹ ਅਗਲੇ ਫੇਰ ਕਰੇਗਾ, ਉਹ ਦੂਜੀ ਵਾਰੀ ਫੇਰ ਕਰੇਗਾ। ਉਹ ਇਹਨੂੰ ਕਹਿੰਦੇ ਨੇ ਮੋਹ ਛੱਡਣਾ ਹੈ। ਅਤੇ ਮੋਹ ਛੱਡਣਾ ਹੀ ਸਭ ਤੋਂ ਔਖਾ ਹੈ। ਘਰ ਬਾਰ ਛੱਡਣਾ ਕੋਈ ਔਖਾ ਨਹੀਂ ਹੈ। ਮੋਹ ਨਹੀਂ ਛੱਡ ਹੁੰਦਾ। ਰਾਜਾ ਹੈ, ਵੈਰਾਗ 'ਚ ਆ ਗਿਆ, ਘਰ ਬਾਰ ਛੱਡ ਗਿਆ, ਰਾਜ ਭਾਗ ਛੱਡਤਾ, ਬੈਠਾ ਜੀ ਜੰਗਲ 'ਚ, ਰਾਤ ਪਗਡੰਡੀ ਦੇ ਨੇੜੇ ਬੈਠਾ ਸੀ। ਸਵੇਰੇ ਘਾਹ ਦੇ ਉੱਤੇ, ਜੋ ਸਿਮਰਨ 'ਚ ਬੈਠਾ, ਘਾਹ ਦੇ ਉੱਤੇ ਕੋਈ ਚਮਕਦੀ ਚੀਜ਼ ਵਿਖਾਈ ਦਿੱਤੀ। ਰਾਜਾ ਸੀ, ਕੋਲ ਹੀਰੇ ਸਨ। ਉਹਨੇ ਸੋਚਿਆ ਵੀ ਹੀਰਾ ਚਮਕ ਰਿਹਾ, ਉੱਠਿਆ ਹੀਰਾ ਚੱਕਣ ਨੂੰ, ਹੱਥ ਮਾਰਿਆ ਅਤੇ ਦੇਖਿਆ ਉਹ ਇਹ ਤਾਂ ਕਿਸੇ ਨੇ ਪਾਣ ਥੁੱਕਿਆ ਸੀ ਅਤੇ ਚਾਨਣੀ 'ਚ ਉਹ ਚਮਕ ਰਿਹਾ ਸੀ। ਮੱਥੇ 'ਤੇ ਹੱਥ ਮਾਰਿਆ, ਕਹਿੰਦਾ ਇਹਨਾਂ ਹੀਰਿਆਂ ਨੂੰ ਤੂੰ ਛੱਡ ਕੇ ਆਏ, ਪਰ ਤੇਰੇ ਅੰਦਰ ਉਹਦੇ ਹੀਰੇ ਨਹੀਂ ਗਏ।
ਮੋਹ ਨਹੀਂ ਖਤਮ ਹੋਇਆ। ਘਰ ਤੇ ਛੱਡ ਆਇਆ, ਪਰ ਮਾਇਆ ਤੇ ਨਾਲ ਹੀ ਲੈ ਨਾ, ਮੋਹ ਤੇ ਨਾਲ ਹੀ ਲੈ। ਗੁਰੂ ਨਾਨਕ ਦੇਵ ਜੀ ਗਏ ਕੈਲਾਸ਼ ਪਰਬਤ, ਜਿਹਨੂੰ ਹਿਮਾਲਾ ਪਰਬਤ ਕਹਿੰਦੇ ਨੇ। ਚਲੋ ਜੀ, ਜੋਗੀਆਂ ਨੇ ਸੋਚਿਆ ਪ੍ਰਭਾਵਿਤ ਕਰ ਦੇਣਾ। ਕਹਿੰਦੇ ਬਾਲੇ, ਕਿਉਂਕਿ ਗੁਰੂ ਮਹਾਰਾਜ 40 ਸਾਲ ਦੇ ਸਨ, ਜੋਗੀ 400 ਸਾਲ ਦੇ ਉੱਤੇ ਬੈਠੇ ਸਨ, ਉਹਨਾਂ ਦੇ ਫਿਰ ਬੱਚੇ ਹੀ ਹੋਏ। ਕਹਿੰਦੇ ਬਾਲੇ, ਸਾਨੂੰ ਪਿਆਸ ਲੱਗਿਆ, ਕਮੰਡਲ ਲੈ ਉਹ ਸਾਹਮਣੇ ਝੀਲ ਹੈ, ਪਾਣੀ ਭਰ ਕੇ ਲਿਆ। 7 ਵਚਨ ਦੀ ਗੁਰੂ ਮਹਾਰਾਜ ਕਮੰਡਲ ਲਿਆ। ਜਦ ਪਾਣੀ ਭਰਨ ਗਏ, ਕੀ ਦੇਖਦੇ ਨੇ ਉਹਨਾਂ ਨੇ ਕੀ ਕੀਤਾ, ਜੋਗੀਆਂ ਨੇ ਆਪਣੀ ਸ਼ਕਤੀ ਵਰਤਾ ਕੇ ਪਾਣੀ ਨੂੰ ਹੀਰਿਆਂ 'ਚ ਬਦਲ ਦਿੱਤਾ ਹੈ। ਉੱਥੇ ਹੀਰੇ ਹੀ ਹੀਰੇ ਨਜ਼ਰ ਆ ਰਹੇ। ਗੁਰੂ ਮਹਾਰਾਜ ਵਾਪਸ ਆ ਗਏ। ਬਾਲੇ, ਪਾਣੀ ਨਹੀਂ ਲੈ ਕੇ ਆ। ਕਹਿੰਦੇ ਉੱਥੇ ਤਾਂ ਪਾਣੀ ਹੈ ਹੀ ਨਹੀਂ, ਹੋਰ ਕਿਤੇ ਉੱਥੇ ਤਾਂ ਹੀਰੇ ਹੀ ਹੀਰੇ ਨੇ, ਉੱਥੇ ਤਾਂ ਹੀਰੇ ਹੀ ਹੀਰੇ, ਪਾਣੀ ਤਾਂ ਉੱਥੇ ਹੈ ਹੀ ਨਹੀਂ, ਅਤੇ ਮੈਂ ਲਿਆਉਂਦਾ ਕੀ। ਕਹਿੰਦੇ ਚੱਕ ਲੈਣੇ ਸਨ ਹੀਰੇ ਕੁਛ, ਕਹਿੰਦੇ ਮੈਂ ਸਿਰ 'ਚ ਮਾਰਨੇ ਨੇ, ਮੈਂ ਕਹਿੰਦੇ ਚਲੋ ਗੱਲਾਂ ਬਾਤਾਂ ਕਰ ਰਹੇ ਨੇ। ਕੋਈ ਸਮੇਂ ਬਾਅਦ ਸੱਚੀ ਪਿਆਸ ਲੱਗ ਗਈ ਜੋਗੀਆਂ ਨੂੰ। ਇੱਕ ਜੋਗੀ ਭੇਜਿਆ ਪਾਣੀ ਲਿਆਉਣ ਨੂੰ, ਅੱਗੇ ਹੀਰੇ ਨੇ, ਬੜਾ ਜ਼ੋਰ ਲਾਉਂਦੇ ਨੇ ਹੀਰਿਆਂ ਨੂੰ, ਮੁੜ ਕੇ ਪਾਣੀ ਬਣਾਉਣ ਦਾ ਉਹ ਬਣਦੇ ਹੀ ਨਹੀਂ, ਕਿਉਂਕਿ ਗੁਰੂ ਨਾਨਕ ਨੇ ਕਹਿਤਾ ਉੱਥੇ ਤਾਂ ਪਾਣੀ ਹੈ ਹੀ ਨਹੀਂ। ਹੁਣ ਗੁਰੂ ਮਹਾਰਾਜ ਕਹਿੰਦਾ ਪਾਣੀ ਹੈ ਹੀ ਨਹੀਂ, ਪਰ ਨਹੀਂ ਹੈ, ਜ਼ੋਰ ਲਾ ਹਟੇ, ਮੁੜ ਕੇ ਪਾਣੀ ਨਹੀਂ ਬਣਿਆ। ਫਿਰ ਕਹਿੰਦੇ ਭਾਈ ਅਰੇ ਬਾਲੇ ਕਿਰਪਾ ਕਰ, ਸਾਨੂੰ ਤਾਂ ਬੜੀ ਪਿਆਸ ਲੱਗੀ ਹੈ। ਗੁਰੂ ਮਹਾਰਾਜ ਨਿਗਾਹ ਕੀਤੀ ਝੀਲ ਵੱਲ ਨੂੰ, ਮੁੜ ਕੇ ਪਾਣੀ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਉਹ ਜੋਗੀਓ, ਤੁਸੀਂ ਘਰ-ਬਾਰ ਵੀ ਛੱਡਿਆ, ਬਾਲ ਬੱਚੇ ਵੀ ਤੁਸੀਂ ਛੱਡੇ, ਇੰਨੀਆਂ ਠੰਡ ਦੇ ਵਿੱਚ ਤੁਸੀਂ ਇੱਥੇ ਬੈਠੇ ਹੋ, ਪਰ ਮਾਇਆ ਦਾ ਮੋਹ ਤੇ ਤੁਸੀਂ ਛੱਡੇ ਹੀ ਨਹੀਂ, ਉਹਦੇ ਨਾਲ ਹੀ ਹੈ, ਕੀ ਫਾਇਦਾ ਇੱਥੇ ਬੈਠੇ ਰਹਿਣ ਦਾ। ਜੋ ਛੱਡਣਾ ਸੀ ਉਹ ਤੁਸੀਂ ਛੱਡਿਆ ਨਹੀਂ, ਤਾਂ ਜੋ ਨਹੀਂ ਛੱਡਣਾ ਸੀ ਉਹ ਤੁਸੀਂ ਛੱਡ ਆਏ ਹੋ, ਕਿਆ ਫਾਇਦਾ ਤੁਹਾਡੇ ਇੱਥੇ ਬੈਠੇ ਰਹਿਣ ਦਾ। ਗੱਲ ਤਾਂ ਮੋਹ ਛੱਡਣ ਦੀ ਹੈ। ਹੁਣ ਫਿਰ ਉਦੋਂ ਬਾਅਦ ਗੁਰੂ ਮਹਾਰਾਜ ਤੇ ਭਗਤਾਂ ਤੋਂ ਬਾਅਦ ਫਿਰ ਲੋਕ ਹੌਲੀ ਸੰਤ ਮਹਾਤਮਾ ਸਿਆਣੇ ਹੋ ਗਏ। ਹੁਣ ਤਕਰੀਬਨ ਸਾਰੇ ਧਰਮਾਂ ਦੇ ਕੁਝ ਧਾਰਮਿਕ ਬੰਦੇ ਸਿਆਣੇ ਹੋ ਗਏ ਨੇ, ਉਹ ਘਰ-ਬਾਰ ਨਹੀਂ ਛੱਡਦੇ। ਉਹ ਪਰਿਵਾਰਾਂ ਵਾਲੇ ਸੰਤ ਮਹਾਤਮਾ ਨੇ ਬਹੁਤੇ, ਹਾਂਜੀ, ਆਪਣੇ ਪਰਿਵਾਰਾਂ 'ਚ ਰਹਿੰਦੇ ਨੇ, ਆਪਣੇ ਭੈਣ-ਬੰਦਗੀ ਕਰਦੇ ਕਰਾਉਂਦੇ ਹਨ। ਇਸ ਲਈ ਚਾਹੇ 6 ਸ਼ਾਸਤਰ ਪੜ੍ਹਨ ਵਾਲੇ ਨੇ, ਚਾਹੇ ਜੋਗੀ ਨੇ, ਚਾਹੇ ਸੰਨਿਆਸੀ ਨੇ, ਬਿਨ ਗੁਰ ਭਰਮ ਭੁਲਾਏ, ਉਹ ਬਿਨਾਂ ਗੁਰੂ ਤੋਂ ਭਰਮਾਂ 'ਚ ਭੁੱਲੇ ਹੋਏ ਹਨ, ਕਿਉਂਕਿ ਗੁਰੂ ਤੋਂ ਬਿਨਾਂ ਭਰਮ ਨਹੀਂ ਦੂਰ ਹੁੰਦਾ। ਸਤਿਗੁਰ ਸੇਵੇਂ ਤਾਂ ਗਤ ਮਿਤ ਪਾਵੇਂ, ਜੇ ਉਹ ਗੁਰੂ ਦੀ ਸੇਵਾ ਕਰਨ ਤਾਂ ਉਹਨਾਂ ਦੀ ਗਤੀ ਹੁੰਦੀ ਹੈ, ਤਾਂ ਉਹਨਾਂ ਦੀ ਆਤਮਿਕ ਅਵਸਥਾ ਉੱਚੀ ਹੁੰਦੀ ਹੈ। ਗਤ ਮਿਤ ਹੁੰਦਾ ਆਤਮਿਕ ਅਵਸਥਾ ਦਾ ਉੱਚੇ ਹੋਣਾ, ਫਿਰ ਤਾਂ ਜਾ ਕੇ ਆਤਮਿਕ ਅਵਸਥਾ ਉੱਚੀ ਹੋਵੇਗੀ। ਹਰ ਜੀਵ ਮਨ ਵਸਾਏ, ਗੁਰੂ ਦੀ ਸੇਵਾ ਕਰਨਗੇ, ਫਿਰ ਹਰੀ ਨੂੰ ਆਪਣੇ ਮਨ ਵਿੱਚ ਵਸਾ ਲੈਣਗੇ। ਸੱਚੀ ਬਾਣੀ ਸਿਉ ਚਿਤ ਲਾਗੈ, ਆਵਣ ਜਾਣ ਰਹਾਏ। ਜਦੋਂ ਇਸ ਪਰਮਾਤਮਾ ਦੀ ਬਾਣੀ ਦੇ ਨਾਲ, ਸੱਚੀ ਬਾਣੀ ਪਰਮਾਤਮਾ ਦੀ ਬਾਣੀ ਆ ਜਿਹੜੀ ਆਪਾਂ ਪੜ੍ਹ ਰਹੇ, ਸੱਚੀ ਬਾਣੀ ਦੇ ਨਾਲ ਜਦੋਂ ਮਨੁੱਖ ਦਾ ਚਿੱਤ ਲੱਗਦਾ ਨਾ, ਮਨ ਲੱਗਦਾ ਹੈ, ਆਵਣ ਜਾਣ ਰਹੇ, ਉਹਦਾ ਜੰਮਣ ਮਰਨ ਹੀ ਖਤਮ ਹੋ ਜਾਂਦਾ। ਜਦੋਂ ਬਾਣੀ ਪੜ੍ਹਦਿਆਂ ਹੋਇਆਂ ਬਾਣੀ 'ਚ ਮਨ ਲੱਗੇ, ਇੱਕ ਦਿਨ ਆਏਗਾ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਏਗਾ। ਇਸ ਲਈ ਕਹਿੰਦੇ ਜਿਨ੍ਹਾਂ ਦਾ ਇਸ ਪਰ ਰੱਬੀ ਬਾਣੀ ਦਾ ਚਿੱਤ ਲੱਗਦਾ ਨਾ, ਉਹਦਾ ਜੰਮਣ ਮਰਨ ਨਹੀਂ ਉਹਨਾਂ ਦਾ ਖਤਮ ਹੋ ਜਾਂਦਾ ਹੈ। ਸਾਡਾ ਚਿੱਤ ਲੱਗਦਾ ਹੀ ਨਹੀਂ, ਬਾਣੀ ਪੜ੍ਹਨ ਦਾ ਧਿਆਨ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਕਦੇ ਗੇੜੇ 'ਚ ਲੱਗ ਜਾਂਦਾ। ਜਦੋਂ ਸਾਡਾ ਚਿੱਤ ਲੱਗਣ ਲੱਗ ਨਾ, ਉਹ ਸਾਡੇ ਇਸ ਜਨਮ 'ਚ ਗੱਲ ਸਾਡੀ ਬਣ ਸਕਦੀ ਹੈ, ਉਹਦੇ ਕੋਈ ਨਹੀਂ ਬਣਦੀ। ਕਿਉਂ? ਜਿੰਨੇ ਇੱਥੇ ਬੈਠੇ ਨੇ, ਤੁਹਾਡਾ ਤਾਂ ਮੈਨੂੰ ਪੱਕਾ ਪਤਾ ਨਹੀਂ ਹੈ, ਪਰ ਬਹੁਤ ਕਿਸੇ ਇੱਕ ਅੱਧਾ ਕਿਤੇ ਲੱਗਦਾ ਤਾਂ ਲੱਗਦਾ ਕਿ ਨਹੀਂ ਤਾਂ ਮਨ ਗੇੜੇ 'ਚ ਲੱਗ ਜਾਂਦਾ। ਬਾਣੀ ਪੜ੍ਹਦਾ ਵੀ ਇੱਧਰ ਉੱਧਰ ਫਿਰੀ ਜਾਂਦਾ, ਸਿਮਰਨ ਕਰਦਾ ਵੀ ਇੱਧਰ ਉੱਧਰ ਫਿਰੀ ਜਾਂਦਾ, ਚਿੱਤ ਨਹੀਂ ਲੱਗਦਾ, ਚਿੱਤ ਜੁੜਦਾ ਹੀ ਨਹੀਂ ਹੈ। ਇੱਕ ਅੱਧਾ ਮਿੰਟ ਜੁੜਦਾ, ਫਿਰ ਗੇੜੇ 'ਚ ਲਾਉਂਦਾ ਹੈ। ਸਾਈਕੋਲੋਜੀ ਕਹਿੰਦੀ ਆਮ ਬੰਦੇ ਦਾ 17 ਸਕਿੰਟ ਬਸ ਮਨ ਜੁੜਦਾ,
17 ਸਕਿੰਟਾਂ ਬਾਅਦ ਇਹ ਬਾਹਰ ਗੇੜਾ ਲਾਉਂਦਾ। ਜਿਹੜਾ ਤੇ ਧਾਰਮਿਕ ਬੰਦਾ ਜ਼ਿਆਦਾ ਥੋੜ੍ਹਾ ਜਿਹਾ, ਉਹ ਤਾਂ ਛੇਤੀ ਉਹਦਾ ਮਨ ਵਾਪਸ ਆ ਜਾਂਦਾ ਗੇੜਾ ਲਾ ਕੇ। ਜਿਹੜਾ ਦੂਜੇ ਦਿਨ ਉਹਨਾਂ ਦਾ ਗੇੜੇ ਉਹਨਾਂ 'ਚ ਉਹਨਾਂ ਜਪਜੀ ਸਾਹਿਬ ਪੂਰਾ, ਤੇ ਮਨ ਵਾਪਸ ਹੀ ਨਹੀਂ ਆਉਂਦਾ, ਉਹ ਤਾਂ ਫਿਰੀ ਜਾਂਦਾ। ਜਪਜੀ ਸਾਹਿਬ ਕਿਤੇ ਛੁੱਟੀ ਨਾਲ ਹੋ ਜਾਂਦਾ, ਉਹ ਕਿਹੜਾ ਰਹਿ ਜਾਂਦਾ। ਸਾਡਾ ਚਿੱਤ ਲੱਗੇ ਹੀ ਨਹੀਂ ਹੈਗਾ, ਇਹ ਜੰਮੀ ਮਰੀ ਜਾਣਾ। ਹਾਂਜੀ, ਉਹੀ ਹੈ ਨਾ, ਫਿਰ ਮਨ ਨਿਰਮਲ ਨਹੀਂ ਨਾ ਹੈਗਾ। ਜਿਸ ਕੰਮ 'ਚ ਰੁਚੀ ਨਾ ਹੋਵੇ ਉੱਥੇ ਉਬਾਸੀਆਂ ਆਉਣਗੀਆਂ ਹੀ ਆਉਣਗੀਆਂ, ਉੱਥੇ ਨੀਂਦ ਆਏਗੀ। ਜਿਸ ਕੰਮ 'ਚ ਤੁਹਾਡੀ ਰੁਚੀ ਹੈ, ਜੇ ਨੀਂਦ ਆਈ ਤਾਂ ਵੀ ਹਟ ਜਾਏਗੀ, ਇੱਥੇ ਹੀ ਪਤਾ ਲੱਗਦਾ। ਜੇ ਰੁਚੀ ਹੈ ਤਾਂ ਨੀਂਦ ਆਉਂਦੀ ਵੀ ਹਟ ਜਾਵੇਗੀ, ਅਤੇ ਜੇ ਰੁਚੀ ਨਹੀਂ ਹੈ ਤਾਂ ਨੀਂਦ ਧੱਕੇ ਨਾਲ ਆ ਜਾਏਗੀ। ਅਤੇ ਮੈਂ ਇੱਕ ਵਾਰੀ ਬੀਬੀ ਮੇਰੇ ਕੋਲ ਆਈ, ਕਹਿੰਦੇ ਬਾਬਾ ਜੀ 40 ਦਿਨ ਹੋ ਗਏ, 40-42 ਦਿਨ ਹੋ ਗਏ, ਮੈਂ ਸਾਰੀ ਰਾਤ ਦਿਨੇ ਸੌਂ ਕੇ ਨਹੀਂ, ਮੈਨੂੰ ਨੀਂਦ ਹੀ ਨਹੀਂ ਆਉਂਦੀ। ਉੱਧਰ ਮੈਂ ਬੈਂਕ 'ਚ ਲੱਗੀ ਹਾਂ, ਅਗਰ ਕੋਈ ਗਲਤੀ ਹੋ ਗਈ ਤਾਂ ਕੋਈ ਰੁਪਏ ਪੈਸੇ ਦਾ ਕੰਮ ਹੈ ਬੈਂਕ 'ਚ, ਫਿਰ ਕੋਈ ਨੁਕਸਾਨ ਹੋ ਸਕਦਾ ਡਿਊਟੀ 'ਚ, ਫਿਰ ਮੈਨੂੰ ਨੀਂਦ ਹੀ ਨਹੀਂ ਆਉਂਦੀ ਹੈਗੀ। ਮੈਂ ਜੀ ਅੱਜ ਹੀ ਆ ਜਾਏਗੀ, ਮੈਂ ਕੋਈ ਦਵਾਈ ਨਹੀਂ ਮੈਂ ਦੇਣੀ ਵੀ, ਨੀਂਦ ਦੀ ਗੋਲੀ ਤੁਸੀਂ ਖਾਂਦੇ ਹੋ ਫਿਰ ਵੀ ਤੁਹਾਨੂੰ ਨੀਂਦ ਨਹੀਂ ਆਉਂਦੀ ਹੈਗੀ, ਮੈਂ ਅੱਜ ਹੀ ਆ ਜਾਏਗੀ। ਵਿਸ਼ਵਾਸ ਨਹੀਂ ਮੇਰੀ ਗੱਲ 'ਤੇ ਆ ਰਿਹਾ, ਅੱਜ ਹੀ ਆ ਜਾਏਗੀ। ਮੈਂ ਬੀਬੀ ਜੀ ਆਪਣਾ ਜਿਹੜਾ ਪਰਿਵਾਰ ਨੂੰ ਰੋਟੀ ਪਾਣੀ ਖਵਾ ਲਓ, ਆਪ ਰੋਟੀ ਪਾਣੀ ਖਾ ਲਓ, ਪਰਿਵਾਰ ਨੂੰ ਜਿਹੜੀ ਗੱਲਾਂ ਕਰਨੀਆਂ ਕਰ ਲਈਆਂ ਸਾਰਿਆਂ ਨੇ, ਬਾਕੀ ਨੇ ਆਪਣਾ ਸੌਣਾ, ਉਹਨਾਂ ਨੂੰ ਸੌਂ ਲੈਣ ਦਿਓ। ਉਹਨਾਂ ਨੂੰ ਇੰਨਾ ਕਹਿਣਾ ਕਿ ਮੈਨੂੰ ਕੱਲ੍ਹ ਨੂੰ 8 ਵਜੇ ਤੋਂ ਪਹਿਲਾਂ ਨਹੀਂ ਜਗਾਉਣਾ, ਬਸ ਇਹ ਗੱਲ ਕਹਿ ਦੇਣੀ। 8 ਵਜੇ ਜਾਗੋਗੇ, ਨਹਾਵੋ ਧੋਗੇ, ਰੋਟੀ ਖਾਓਗੇ, ਬੈਂਕ ਨੂੰ ਚਲੇ ਜਾਓਗੇ, ਵੀ ਮੈਨੂੰ 8 ਵਜੇ ਤੋਂ ਪਹਿਲਾਂ ਨਹੀਂ ਉਠਾਉਣਾ, ਇਹ ਕਹਿ ਕੇ ਸੌਣਾ। ਜਦੋਂ ਆਪਣਾ ਗੱਲਾਂ ਬਾਤਾਂ ਖਤਮ ਹੋ ਗਈਆਂ, ਹੁਣ ਤੁਸੀਂ ਲੇਟ, ਤੁਹਾਡੀ ਮਰਜ਼ੀ ਹੈ, ਢੋਲ ਲਾ ਕੇ ਬਹਿ ਜਾਓ, ਵਾਹਿਗੁਰੂ 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 ਕਰਨ ਲੱਗ ਜਾਓ। ਥੱਕ ਗਏ ਹੋ, ਲੇਟ ਜਾਓ, ਲੇਟ ਕੇ ਵਾਹਿਗੁਰੂ 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 ਕਰਦੇ ਰਹੋ, ਤੁਹਾਨੂੰ ਨੀਂਦ ਆ ਜਾਏਗੀ। 2 ਵਜੇ ਨੂੰ ਤੁਹਾਨੂੰ ਨੀਂਦ ਆ ਜਾਏਗੀ, 8 ਵਜੇ ਤੱਕ 6 ਘੰਟੇ ਸੌਂ ਲਓ, ਤੁਸੀਂ ਫਰੈਸ਼ ਹੋ ਜਾਓਗੇ। ਸੌਣ ਦੀ ਕੋਸ਼ਿਸ਼ ਨਹੀਂ ਮੈਂ ਕਰਨੀ, ਇਹ ਖਿਆਲ ਰੱਖਣਾ। ਜੇ ਤੁਸੀਂ ਸੌਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਨੀਂਦ ਨਹੀਂ ਆਉਣੀ, ਸੌਣ ਦੀ ਕੋਸ਼ਿਸ਼ ਹੀ ਨਹੀਂ ਕਰਨੀ, ਬਸ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਮਨ 'ਚ, ਲੇਟੇ ਹੋਏ ਕਰੀ ਜਾਓ, ਚਾਹੇ ਬੈਠ ਗਿਆ, ਤੁਹਾਡੇ ਪਰ ਮਰਜ਼ੀ ਹੈ। ਮੈਂ ਦਾਅਵੇ ਨਾਲ ਕਰਨਾ ਤੁਹਾਨੂੰ 2 ਵਜੇ ਨੂੰ ਨੀਂਦ ਆ ਜਾਏਗੀ। ਜਦ ਨੀਂਦ ਆ ਜਾਏ ਆਪੇ ਵਾਹਿਗੁਰੂ ਬੰਦ ਹੋ ਜਾਏਗਾ, ਤੁਸੀਂ ਸੌਂ ਜਾਓਗੇ। ਅਗਲੇ ਦਿਨ ਆ ਕੇ ਮੇਰੇ ਪੈਰ ਫੜ ਲਏ, ਕਿੰਨੀ ਦੇਰ ਛੱਡੇ ਨਹੀਂ। ਮੈਂ ਬੀਬੀ ਕੀ ਗੱਲ ਹੋ ਗਈ? ਕਹਿ ਜੀ ਵਾਕਈ 2 ਵਜੇ ਮੈਨੂੰ ਨੀਂਦ ਆ ਗਈ, 8 ਵਜੇ ਮੈਂ ਉੱਠੀ, ਮੈਂ ਬਿਲਕੁਲ ਫਰੈਸ਼ ਹਾਂ ਜੀ। ਮੈਂ ਬੀਬੀ ਇਹ ਨਾਮ ਬਾਣੀ ਦੇ ਵੱਡਿਆਂ ਨੀਂਦ ਆ ਜਾਂਦੀ ਹੈ। ਜੇ ਨਾਮ ਜਪਦਿਆਂ ਨੀਂਦ ਨਾ ਆਵੇ ਫਿਰ ਤੁਸੀਂ ਇਸੇ ਜਨਮ 'ਚ ਰੱਬ ਪ੍ਰਾਪਤ ਕਰ ਲੈਣਾ। ਜੇ ਨਾਮ ਜਪਦਿਆਂ ਜੇ ਬਾਣੀ ਪੜ੍ਹਦੇ ਤੁਹਾਨੂੰ ਨੀਂਦ ਨਾ ਆਈ ਤਾਂ ਫਿਰ ਤਾਂ ਤੁਹਾਨੂੰ ਰੱਬ ਮਿਲ ਜਾਣਾ ਹੈ। ਮੈਂ ਤਾਂ ਵੱਡਿਆਂ ਨੂੰ ਜਿਹੜਾ ਨਾਮ ਜਪਦੇ ਆ ਅਤੇ ਬਾਣੀ ਪਰ ਨੀਂਦ ਆਉਂਦੀ ਹੈ, ਤੁਸੀਂ ਕਿਤੇ ਵਿਚਾਰੇ ਹੋ? ਪਹਿਲੇ ਦਿਨ ਹੀ ਆ ਗਈ। ਗੋਲੀਆਂ ਖਾਣ ਦੀ ਲੋੜ ਨਹੀਂ ਹੈਗੀ ਨੀਂਦ ਦੀਆਂ। ਦੱਸ ਤਾਂ ਜਿਹੜਾ ਕੁਝ ਸੁਣ ਰਿਹਾ ਤਜਰਬਾ ਕਰ ਲਓ, ਗੋਲੀਆਂ ਨਹੀਂ ਖਾਣੇ ਨੀਂਦ ਦੀਆਂ। ਇਹ ਨਾਮ ਬਣਦੇ ਵੱਡੇ ਨੀਂਦ ਲਿਆਉਂਦੀ ਹੈ। ਕਿਉਂ? ਰੁਚੀ ਕੋਈ ਨਹੀਂ। ਜਿਸ ਕੰਮ ਵਿੱਚ ਤੁਹਾਡੀ ਰੁਚੀ ਨਹੀਂ ਤੁਹਾਨੂੰ ਨੀਂਦ ਆਵੇਗੀ ਹੀ ਆਵੇਗੀ। ਬਸ ਸਿੱਧਾ ਜਿਹਾ ਹਿਸਾਬ ਹੈ। ਜਿਸ ਕੰਮ 'ਚ ਰੁਚੀ ਹੁੰਦੀ ਹੈ ਉੱਥੇ ਕੋਈ ਨੀਂਦ ਨਹੀਂ ਆਉਂਦੀ ਹੁੰਦੀ। ਜਿੱਥੇ ਰੁਚੀ ਹੁੰਦੀ ਉੱਥੇ ਭੁੱਖ ਪਿਆਸ ਵੀ ਨਹੀਂ ਛੇਤੀ ਲੱਗਦੀ, ਉੱਥੇ ਗਰਮੀ ਸਰਦੀ ਵੀ ਛੇਤੀ ਨਹੀਂ ਲੱਗਦੀ। ਆ ਬੱਚੇ ਜਿਹੜੇ ਸਾਰਾ ਦਿਨ ਖੇਡਦੇ ਰਹਿੰਦੇ, ਆ ਗਰਮੀਆਂ 'ਚ ਤੁਸੀਂ ਦੁਪਹਿਰੇ ਵੀ ਖੇਡ ਰਹੇ ਹੋਣਗੇ, ਦੇਖਿਓ ਤੁਸੀਂ। ਕਿਉਂ? ਰੁਚੀ ਹੈ। ਰੁਚੀ ਹੋਣ ਕਰਕੇ ਉਹਨੂੰ ਗਰਮੀ ਨਹੀਂ ਲੱਗੇਗੀ। ਜਦ ਕਿ ਆਪਾਂ ਕਹਿੰਦੇ ਓਏ ਆ ਜਾਓ, ਓਏ ਇੰਨੀ ਤਾਂ ਧੁੱਪ ਪੈਂਦੀ ਹੈ, ਕਿਤੇ ਗਰਮੀ ਨਾ ਲੱਗ ਜਾਏ, ਉਹਨੇ ਲੱਗਦੀ, ਕਿਉਂਕਿ ਉਹਨਾਂ ਦੀ ਰੁਚੀ ਹੈ ਖੇਡਣ 'ਚ, ਇਸ ਕਰਕੇ। ਸੋ ਤਾਂ ਉਹ ਕਹਿੰਦੇ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਏ।
ਜਦੋਂ ਬਾਣੀ ਨਾਲ ਚਿੱਤ ਜੁੜ ਗਿਆ ਨਾ, ਇਹ ਕਹਿੰਦੇ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਵੇਗਾ। ਪੰਡਿਤ ਪੜ੍ਹ ਪੜ੍ਹ ਵਾਦ ਵਖਾਣੇ, ਬਿਨ ਗੁਰ ਭਰਮ ਭੁਲਾਏ। 184 ਫੇਰ ਪਿਆ, ਬਿਨ ਸ਼ਬਦੈ ਮੁਕਤ ਨ ਪਾਏ। ਜਾਂ ਨਾਉ ਚੇਤੈ, ਤਾਂ ਗਤ ਪਾਏ। ਜਾਂ ਸਤਿਗੁਰ ਮੇਲ ਮਿਲਾਏ। ਪੰਡਿਤ ਪੜ੍ਹ ਪੜ੍ਹ ਵਾਦ ਵਿਖਾਣਾ, ਵਾਦ ਹੁੰਦਾ ਬਹਿਸ ਕਰਨਾ। ਪੰਡਿਤ ਧਾਰਮਿਕ ਗ੍ਰੰਥ ਪੜ੍ਹਦੇ ਨੇ, ਫਿਰ ਬਹਿਸ ਕਰਦੇ ਨੇ ਹਉਮੈ 'ਚ ਆ ਕੇ। ਉਹਨੇ ਮੇਰੇ ਤੋਂ ਪ੍ਰਸ਼ਨ ਪੁੱਛਿਆ, ਮੈਂ ਉਸ ਤੋਂ ਪ੍ਰਸ਼ਨ ਪੁੱਛਿਆ। ਪੁਰਾਣੇ ਜ਼ਮਾਨੇ 'ਚ ਕੀ ਸੀ, ਇੱਕ ਜਿਹੜਾ ਸੀ 4 ਵੇਦ ਮੂੰਹ ਜ਼ਬਾਨੀ ਯਾਦ ਕਰ, ਉਹਨੂੰ ਕਹਿੰਦੇ ਚਤੁਰਵੇਦੀ ਹੈ ਜੀ। ਜਿਹਨੂੰ 3 ਵੇਦ ਮੂੰਹ ਜ਼ਬਾਨੀ ਯਾਦ, ਉਹਨੂੰ ਕਹਿੰਦੇ ਤ੍ਰਿਵੇਦੀ ਹੈ ਜੀ। ਜਿਹਨੂੰ 2 ਵੇਦ ਮੂੰਹ ਜ਼ਬਾਨੀ ਯਾਦ, ਉਹਨੂੰ ਕਹਿੰਦੇ ਦਵੇਦੀ ਹੈ। ਜਿਹਨੂੰ 1 ਵੇਦ ਮੂੰਹ ਜ਼ਬਾਨੀ ਯਾਦ, ਉਹਨੂੰ ਕਹਿੰਦੇ ਬੇਦੀ ਹੈ। ਉੱਥੋਂ ਅੱਗੇ ਫਿਰ ਕੁਲ ਚੱਲ ਪਈ। ਜਿਹਨੂੰ 1 ਵੇਦ ਯਾਦ ਸੀ, ਆਓ ਜੀ ਬੇਦੀ ਸਾਹਿਬ, ਆਓ ਜੀ ਬੇਦੀ ਸਾਹਿਬ, ਵੀ 1 ਵੇਦ ਯਾਦ ਹੈ ਮੂੰਹ ਜ਼ਬਾਨੀ ਬੇਦੀ। ਹਿੰਦੀ ਵਾਲੇ ਬੇਦੀ ਕਹਿੰਦੇ, ਪੰਜਾਬੀ ਵਾਲੇ ਬੇਦੀ ਕਹਿੰਦੇ ਨੇ। ਉੱਥੋਂ ਅੱਗੇ ਫਿਰ ਉਹਦੇ ਅੱਗੇ ਜਿਹੜੇ ਬੱਚੇ, ਉਹ ਵੀ ਬੇਦੀ, ਉਹਦੇ ਅੱਗੇ ਬੇਦੀ। ਪ੍ਰਕਾਸ਼ ਸਿੰਘ ਬਾਦਲ ਦਾ ਬੱਚਾ ਵੀ ਬਾਦਲ, ਸੁਖਬੀਰ ਸਿੰਘ ਬਾਦਲ, ਅਤੇ ਸੁਖਬੀਰ ਸਿੰਘ ਬਾਦਲ ਦਾ ਵੀ ਅੱਗੇ ਬੱਚਾ ਬਾਦਲ ਹੋਏਗਾ। ਨਹੀਂ ਹੈ ਪਿੰਡ ਦਾ ਨਾਂ, ਹੌਲੀ ਹੌਲੀ ਐਂ ਹੋ ਗਿਆ ਕੋਈ ਗੋਤ ਹੈ, ਵੀ ਕੋਈ ਗੋਤ ਹੈ ਬਾਦਲ। ਇਸੇ ਤਰ੍ਹਾਂ ਹੀ ਇਹਨਾਂ ਦੇ ਹਿੰਦੂਆਂ ਦੀ ਗੋਤਾਂ ਨੇ, ਬੇਦੀ, ਦਵੇਦੀ, ਤ੍ਰਿਵੇਦੀ, ਚਤੁਰਵੇਦੀ। ਕਿਉਂ? ਜਿਹੜਾ ਚਤੁਰਵੇਦੀ ਸੀ, ਅੱਗੋਂ ਉਹਦੀ ਔਲਾਦ ਵੀ ਚਤੁਰਵੇਦੀ, ਉਹਦੇ ਅਗਲਾ ਚਤੁਰਵੇਦੀ, ਚਤੁਰਵੇਦੀ, ਚਤੁਰਵੇਦੀ ਕਰਦੇ ਕਰਦੇ ਗੋਤ ਬਣ ਗਈ। ਫਿਰ ਹੰਕਾਰ ਹੋ ਜਾਂਦਾ ਸੀ ਵੀ ਅੱਛਾ ਮੈਨੂੰ ਇੰਨਾ ਗਿਆਨ। ਫਿਰ ਪੰਡਤਾਂ ਨੂੰ ਚੈਲੰਜ ਕਰਦੇ ਸਨ, ਆਓ ਜੀ ਕਹਿੰਦਾ ਬਹਿਸ ਕਰੋ। ਕੀ ਕਰਦੇ ਨੇ, ਗਲੀ ਹੈਗੀ, ਗਲੀ 'ਚ ਲੋਕ ਬਹਿ ਜਾਂਦੇ ਸਨ ਵੀ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ। ਉਹ ਗਲੀ ਦੂਜੇ ਪਾਸੇ ਛੱਤ ਦੇ ਉੱਤੇ ਇੱਕ ਪੰਡਿਤ ਬੈਠਾ, ਦੂਜੀ ਗਲੀ ਦੂਜੇ ਪਾਸੇ ਪੰਡਿਤ ਛੱਤ 'ਤੇ ਬੈਠਾ, ਆਪਣੇ ਗ੍ਰੰਥ ਲੈ ਕੇ, ਉਹ ਵੀ ਅਤੇ ਉਹ ਵੀ। ਉਹਦੇ ਨਿਯਮ ਜਿੰਨੇ ਕਿਸੇ ਕੋਲ ਗ੍ਰੰਥ ਨੇ ਉਹ ਸਾਰੇ ਲੈ ਕੇ ਆਊਗਾ। ਮੈਂ ਮੰਨ ਲਓ ਪਹਿਲਾਂ ਪ੍ਰਸ਼ਨ ਪੁੱਛਿਆ ਉਸ ਨੂੰ, ਉਹਨੇ ਪ੍ਰਸ਼ਨ ਉੱਤਰ ਦੇਤਾ, ਫਿਰ ਉਹ ਮੇਰੇ ਤੋਂ ਪ੍ਰਸ਼ਨ ਪੁੱਛੇਗਾ। ਮੰਨ ਲਓ ਮੈਂ ਉੱਤਰ ਦੇਤਾ, ਮੈਂ ਫਿਰ ਉਸ ਤੋਂ ਪ੍ਰਸ਼ਨ ਪੁੱਛਾਂਗਾ। ਉਹ ਜਿਹੜਾ ਉੱਤਰ ਨਾ ਦੇ ਸਕੇ ਉਹ ਗਿਆ ਹਾਰ, ਅਤੇ ਜਿਹੜਾ ਹਾਰ ਜਾਂਦਾ ਸੀ, ਜਿੰਨੇ ਉਹਦੇ ਗ੍ਰੰਥ ਸਨ, ਉਹ ਜਿੱਤਣ ਵਾਲਾ ਲੈ ਜਾ ਕਰਦਾ ਸੀ, ਉਹ ਜਿੱਤਣ ਵਾਲਾ ਲੈ ਜਾ ਕਰਦਾ। ਐਂ ਇੱਕ ਚਤੁਰਵੇਦੀ ਨੂੰ ਬੜਾ ਹੰਕਾਰ ਸੀ। ਕਬੀਰ ਸਾਹਿਬ ਦੀ ਬੱਲੇ ਬੱਲੇ ਸੀ ਉਸ ਵੇਲੇ। ਕਹਿੰਦਾ ਅਨਪੜ੍ਹ ਜਾ ਜੁਲਾਹਾ ਲੱਗੇ, ਕਹਿੰਦੇ ਬੜਾ ਗਿਆਨ, ਬੜਾ ਗਿਆ। ਉਹਨੂੰ ਕਹਿੰਦਾ ਕੀ ਆਉਂਦਾ? ਮੈਂ ਕਹਿੰਦਾ ਨੂੰ ਹਰਾ ਕੇ ਆਉਣਾ। ਊਠ ਦੇ ਆਪਣੇ ਗ੍ਰੰਥ ਲੱਦ ਲਏ, ਜ਼ਿਆਦਾ ਹੋਣੇ ਨਾ। ਊਠ ਦੇ ਗ੍ਰੰਥ ਲੱਦ ਕੇ ਅਤੇ ਕਬੀਰ ਸਾਹਿਬ ਦੇ ਬੂਹੇ ਜਾ ਕੇ ਆਵਾਜ਼ ਮਾਰਦਾ। ਕਬੀਰ ਸਾਹਿਬ ਬਾਹਰ ਨਿਕਲੇ, ਓ ਜੀ ਪੰਡਤ ਜੀ, ਮਹਾਰਾਜ ਜੀ ਕਿਵੇਂ ਦਰਸ਼ਨ ਦਿੱਤੇ ਨੇ ਜੀ। ਕਹਿ ਜੀ ਮੈਨੂੰ ਪਤਾ ਲੱਗ ਤੁਸੀਂ ਬਹੁਤ ਗਿਆਨਵਾਨ ਹੋ, ਮੈਂ ਗਿਆਨ ਚਰਚਾ ਕਰਕੇ ਤੁਹਾਨੂੰ ਹਰਾਉਣਾ ਚਾਹੁੰਦਾ। ਕਬੀਰ ਸਾਹਿਬ ਕਹਿੰਦੇ ਭਾਈ ਤਾਂ ਅਨਪੜ੍ਹ ਬੰਦੇ, ਸਾਨੂੰ ਕਿੱਥੇ ਗਿਆਨ ਹੈ? ਕਿ ਤੁਹਾਨੂੰ ਗਿਆਨ ਨਹੀਂ ਹੈ? ਕਿ ਨਾ ਸਾਨੂੰ ਤਾਂ ਕੋਈ ਗਿਆਨ ਨਹੀਂ। ਲਿਖ ਕੇ ਦਿਓਗੇ? ਕਹਿੰਦੇ ਦੇਖੋ ਅਸੀਂ ਅਨਪੜ੍ਹ ਭਾਈ, ਤੂੰ ਲਿਖ ਲੈ, ਮੈਂ ਦੱਸ ਕਰ ਦਾਂਗਾ। ਪੰਡਤ ਲਿਖ ਲਾ। ਲਿਖਿਆ ਮੈਂ ਜਿੱਤਿਆ, ਕਬੀਰ ਹਾਰਿਆ। ਕਬੀਰ ਸਾਹਿਬ ਨੇ ਦੱਸ ਕਰਤੇ, ਲੈ ਗਿਆ। ਉਹ ਕਹਿੰਦਾ ਮੈਂ ਹਰਾਇਆ ਕਬੀਰ ਨੂੰ। ਐਵੇਂ ਕਹਿੰਦੇ ਕਬੀਰ ਕਬੀਰ ਲਾਈ ਇੱਥੇ। ਕਹਿੰਦਾ ਕੀ ਸਬੂਤ ਹੈ? ਕਹਿੰਦਾ ਮੇਰੇ ਕੋਲ ਲਿਖਤ ਹੈ। ਕਿ ਵਿਖਾ। ਜਦ ਦੇਖਿਆ ਉਹ 'ਚ ਲਿਖਿਆ ਸੀ ਮੈਂ ਹਾਰਿਆ, ਕਬੀਰ ਜਿੱਤਿਆ। ਅੱਖਾਂ ਪੂੰਝਦਾ ਹੁਣ ਮਲਦਾ। ਮੁੜ ਕੇ ਫਿਰ ਊਠ ਲੈ ਕੇ ਆ ਗਿਆ, ਊਠ ਲੈ ਕੇ ਫਿਰ ਆ ਗਿਆ। ਕਬੀਰ ਸਾਹਿਬ ਕਹਿੰਦੇ ਮਹਾਰਾਜ ਜੀ ਫਿਰ ਆ ਗਿਆ। ਕਹਿੰਦਾ ਗਲਤੀ ਨੇ ਲਿਖਿਆ। ਕਹਿੰਦਾ ਤੁਸੀਂ ਲਿਖੇ ਫਿਰ ਲਿਖ ਲਓ ਜੀ। ਉਹਨੇ ਫਿਰ ਲਿਖ ਲਿਆ ਮੈਂ ਜਿੱਤਿਆ, ਕਬੀਰ ਹਾਰਿਆ। ਕਬੀਰ ਸਾਹਿਬ ਹੇਠਾਂ ਦੱਸ ਕਰਤੇ। ਉੱਥੇ ਗਿਆ ਮੁੜ ਕੇ, ਹਾਂ ਬਈ ਕਹਿੰਦਾ ਹਰਾਇਆ ਮੈਂ। ਕਹਿੰਦਾ ਲੈ ਵਿਖਾ। ਜਦੋਂ ਉੱਥੇ ਦੇਖਿਆ ਉੱਥੇ ਲਿਖਿਆ ਕਬੀਰ ਜਿੱਤਿਆ, ਮੈਂ ਹਾਰਿਆ। ਉੱਥੇ ਹੀ ਊਠ ਛੱਡ ਕੇ ਨਾ ਨੰਗੇ ਪੈਰੀਂ ਕਬੀਰ ਸਾਹਿਬ ਦੇ ਆ ਕੇ ਪੈਰ 'ਚ ਡਿੱਗ ਪਿਆ। ਕਹਿੰਦਾ ਤੁਸੀਂ ਧੰਨ ਹੋ, ਧੰਨ ਹੋ, ਵਾਕਈ ਤੁਸੀਂ ਗਿਆਨਵਾਨ ਹੋ। ਬ੍ਰਹਮ ਗਿਆਨੀ ਨੂੰ ਕੋਈ ਨਹੀਂ ਹਰਾ ਸਕਿਆ ਕਰਦਾ। ਜਿਹਨੂੰ ਰੱਬ ਦੇ ਗਿਆਨ ਹੋ ਗਿਆ, ਦੱਸੋ ਬਾਕੀ ਗਿਆਨ ਕਿਹੜਾ ਰਹਿ ਗਿਆ? ਬ੍ਰਹਮ ਗਿਆਨੀ ਨੂੰ ਕੋਈ ਨਹੀਂ ਹਰਾ ਸਕਿਆ ਕਰਦਾ। ਉਹ ਤਾਂ ਜਨਮ ਤੋਂ ਗਿਆਨਵਾਨ ਹੁੰਦਾ।
ਗੁਰੂ ਨਾਨਕ ਪੜ੍ਹਨ ਲਾਇਆ, ਪਹਿਲੇ ਦਿਨ ਟੀਚਰ ਨੂੰ ਹਰਾ ਕੇ ਆ ਗਏ। ਟੀਚਰ ਨੇ ਸਾਫ਼ ਕਹਿਤਾ ਵੀ ਮਹਿਤਾ ਜੀ ਤੁਹਾਡਾ ਮੁੰਡਾ ਤੁਰੋਂ ਪੜ੍ਹ ਕੇ, ਮੈਂ ਨਹੀਂ ਇਸ ਨੂੰ ਪੜ੍ਹਾ ਸਕਦਾ। ਫਿਰ ਮੁਸਲਮਾਨ ਕੋਲੇ ਲਾਤਾ ਪੜ੍ਹਨ। ਉਹਨੇ ਵੇਖਦੇ ਉਹਨੇ ਵੀ ਆਖਿਆ ਵੀ ਮਹਿਤਾ ਜੀ ਤੁਹਾਡਾ ਮੁੰਡਾ ਤਾਂ ਤੁਰੋਂ ਪੜ੍ਹ ਕੇ, ਅਸੀਂ ਨਹੀਂ ਇਹਨੂੰ ਪੜ੍ਹਾ ਸਕਦੇ। ਪਹਿਲੀ ਦਾ ਜਵਾਕ ਹੈ ਅਤੇ ਟੀਚਰ ਕਹਿ ਰਿਹਾ ਜੀ ਅਸੀਂ ਇਸ ਨੂੰ ਨਹੀਂ ਪੜ੍ਹਾ ਸਕਦੇ ਹਾਂ। ਤੁਰੇ ਗਿਆਨ ਸੀ, ਬ੍ਰਹਮ ਗਿਆਨੀ ਸਨ, ਤੁਰੇ ਬ੍ਰਹਮ ਗਿਆਨੀ, ਪੈਦੇ ਬ੍ਰਹਮ ਗਿਆਨੀ ਹੋਏ ਸਨ, ਪੈਦੇ ਬ੍ਰਹਮ ਗਿਆਨੀ ਹੋਏ ਸਨ। ਇਸ ਲਈ ਬ੍ਰਹਮ ਗਿਆਨੀ ਨੂੰ ਕੋਈ ਗਿਆਨ 'ਚ ਹਰਾ ਨਹੀਂ ਸਕਦਾ। ਰੱਬ ਨੂੰ ਕੌਣ ਹਰਾਏਗਾ? ਤੁਸੀਂ ਆਪ ਹੀ ਸੋਚੋ, ਰੱਬ ਨੂੰ ਕੋਈ ਗਿਆਨ, ਸਾਰਾ ਗਿਆਨ ਤਾਂ ਸਾਨੂੰ ਪਰਮਾਤਮਾ ਤੋਂ ਮਿਲਦਾ ਹੈ, ਅਤੇ ਪਰਮਾਤਮਾ ਨੂੰ ਕੌਣ ਹਰਾਏਗਾ? ਇਸ ਲਈ ਬ੍ਰਹਮ ਗਿਆਨੀ ਨੂੰ ਕੋਈ ਗਿਆਨ 'ਚ ਨਹੀਂ ਹਰਾ ਸਕਦਾ ਹੁੰਦਾ। ਹਾਂ, ਕਬੀਰ ਸਾਹਿਬ ਬ੍ਰਹਮ ਗਿਆਨੀ ਸਨ, ਇਹਨਾਂ ਪੰਡਤਾਂ ਨੂੰ ਕਿੱਥੇ ਹਰਾ ਸਕਣਾ ਸੀ। ਹਾਂਜੀ, ਸੋ ਗੁਰੂ ਮਹਾਰਾਜ ਕਹਿੰਦੇ ਪੰਡਤ ਪੜ੍ਹ ਪੜ੍ਹ ਵਾਦ ਵਿਖਾਣੇ। ਪੰਡਿਤ ਕਿਤਾਬਾਂ ਪੜ੍ਹ ਪੜ੍ਹ ਕੇ, ਧਾਰਮਿਕ ਗ੍ਰੰਥ ਪੜ੍ਹ ਪੜ੍ਹ ਕੇ ਆਪਸ 'ਚ ਵਾਦ ਵਿਵਾਦ ਕਰਦੇ ਨੇ। ਬਿਨ ਗੁਰ ਭਰਮ ਭੁਲਾਏ, ਪਰ ਗੁਰੂ ਵਾਲੇ ਹੈ ਨਹੀਂ, ਇਸ ਲਈ ਭਰਮਾਂ 'ਚ ਪਏ ਹੋਏ ਹਨ। 1,84 ਫੇਰ ਪਿਆ, ਬਿਨ ਸ਼ਬਦੈ ਮੁਕਤ ਨ ਪਾਏ। 84 ਲੱਖ ਜੂਨੀਆਂ ਦੇ ਚੱਕਰ 'ਚ, ਫੇਰ ਮਰ ਚੱਕਰ ਹੁੰਦਾ, 84 ਲੱਖ ਜੂਨੀਆਂ ਦੇ ਚੱਕਰ 'ਚ ਪੈ ਰਹਿੰਦੇ ਨੇ। ਬਿਨ ਸ਼ਬਦੈ ਮੁਕਤ ਨ ਪਾਏ, ਗੁਰੂ ਦੇ ਦਿੱਤੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਧਾਰਮਿਕ ਗ੍ਰੰਥ ਪੜ੍ਹਨਾ ਮੁਕਤੀ ਨਹੀਂ ਹੁੰਦੀ। ਫਿਰ ਤੁਸੀਂ ਕਹੋ ਕਿ ਬਾਣੀ ਨਹੀਂ ਪੜ੍ਹਨੀ ਚਾਹੀਦੀ, ਇਹ ਵੀ ਤਾਂ ਧਾਰਮਿਕ ਗ੍ਰੰਥ ਹੈ। ਯਾਦ ਰੱਖੋ, ਬਾਣੀ ਧਾਰਮਿਕ ਗ੍ਰੰਥ ਹੈ, ਪਰ ਗੁਰੂ ਗ੍ਰੰਥ ਨੂੰ ਗੁਰੂ ਦਾ ਦਰਜਾ ਮਿਲਿਆ। ਮੁਕਤੀ ਗੁਰੂ ਦਿੰਦਾ ਹੈ। ਅਗਰ 10ਵੇਂ ਪਾਤਸ਼ਾਹ ਇਸ ਨੂੰ ਗੁਰਗੱਦੀ ਨਾ ਦਿੰਦੇ ਗੁਰੂ ਗ੍ਰੰਥ ਸਾਹਿਬ ਨੂੰ, ਹੋ ਸਕਦਾ ਸਾਨੂੰ ਬਾਣੀ ਪੜ੍ਹ ਕੇ ਮੁਕਤੀ ਨਾ ਮਿਲਦੀ। ਇਹ ਵੀ ਇੱਕ ਧਾਰਮਿਕ ਗ੍ਰੰਥ ਹੋਣਾ ਸੀ। ਪਰ ਦੂਜੇ ਸੰਸਾਰ ਦੇ ਸਾਰੇ ਧਾਰਮਿਕ ਗ੍ਰੰਥਾਂ ਨਾਲੋਂ ਇਹ ਗੁਰੂ ਗ੍ਰੰਥ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਗੁਰੂ ਦਾ ਦਰਜਾ ਮਿਲਿਆ ਹੋਇਆ ਹੈ। 10ਵੇਂ ਪਾਤਸ਼ਾਹ ਨੇ ਆਪ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ, ਇਸ ਲਈ ਬਾਣੀ ਗੁਰੂ ਹੋਣ ਕਰਕੇ ਸਾਨੂੰ ਮੁਕਤ ਕਰਦੀ ਹੈ। ਤੁਹਾਡੀ ਮਰਜ਼ੀ ਇਕੱਲੀ ਬਾਣੀ ਪੜ੍ਹ ਜਾਓ ਤਾਂ ਵੀ ਤੁਸੀਂ ਮੁਕਤ ਹੋ ਜਾਓਗੇ, ਨਾਮ ਜਪੋ ਤਾਂ ਵੀ ਮੁਕਤ ਹੋ ਜਾਓਗੇ, ਕਿਉਂਕਿ ਗੁਰੂ ਹੈ। ਅਤੇ ਸਿੱਖ ਨੂੰ ਮੁਕਤੀ, ਚੇਲੇ ਨੂੰ ਮੁਕਤੀ ਕੌਣ ਦਿੰਦਾ? ਗੁਰੂ ਦਿੰਦਾ। ਕਹਿੰਦੇ ਇਹ ਗੁਰੂ ਵਾਲੇ ਹੈ ਨਹੀਂ, ਇਹ ਗੁਰੂ ਵਾਲੇ ਹੈ ਨਹੀਂ, ਇਸ ਲਈ ਭਰਮਾਂ 'ਚ ਪਏ ਹੋਏ ਨੇ। ਇਹਨਾਂ ਨੂੰ ਮੁਕਤੀ ਮਿਲਦੀ, ਨਾਮ ਜਪਦੇ ਨਹੀਂ ਹੈਗੇ, ਇਸ ਲਈ ਇਹਨਾਂ ਨੂੰ ਮੁਕਤੀ ਨਹੀਂ ਮਿਲਦੀ, ਕਿਉਂ? ਇਹਨਾਂ ਨਾਮ ਮਿਲੇ ਹੀ ਨਹੀਂ। ਗੁਰੂ ਵਾਲੇ ਹੁੰਦੇ ਤਾਂ ਨਾਮ ਮਿਲਦਾ। ਧਾਰਮਿਕ ਗ੍ਰੰਥ ਜ਼ਰੂਰ ਪੜ੍ਹੇ ਨੇ, ਰਟੇ ਲਾਏ ਹੋਏ ਨੇ, ਅਰਥ ਵੀ ਆਉਂਦੇ ਨੇ, ਬਹਿਸ ਵੀ ਆਉਂਦੀ ਹੈ। ਹੁਣ ਜਦੋਂ 4 ਵੇਦਾਂ ਨੂੰ ਲਿਖਿਆ ਬਹੁਤ ਸਮਾਂ ਬੀਤ ਗਿਆ, ਵੇਦਾਂ ਦੀ ਸੰਸਕ੍ਰਿਤ ਆਮ ਵਿਦਵਾਨ ਨੂੰ ਸਮਝਾਉਣੋਂ ਹਟ ਗਈ। ਜਿਵੇਂ ਆਮ ਲੋਕਾਂ ਨੂੰ ਬਾਣੀ ਸਮਝ ਨਹੀਂ ਆਉਂਦੀ। ਫਿਰ ਇੱਕ ਪਾਣਿਨੀ ਰਿਸ਼ੀ ਹੋਇਆ, ਉਹਨੇ ਫਿਰ ਸੰਸਕ੍ਰਿਤ ਵੇਦਾਂ ਦੀ ਵਿਆਕਰਨ ਲਿਖੀ। ਉਸਨੇ ਵੇਦਾਂ ਦੀ ਵਿਆਕਰਨ ਲਿਖੀ, ਫਿਰ ਲੋਕਾਂ ਨੂੰ ਵੇਦਾਂ ਦੀ ਸਮਝ ਆਉਣ ਲੱਗੀ, ਕਿਉਂਕਿ ਵਿਆਕਰਨ ਤੋਂ ਬਿਨਾਂ ਕਿਵੇਂ ਕੋਈ ਜ਼ੁਬਾਨ ਆ ਸਕਦੀ ਹੈ। ਪੰਜਾਬੀ ਜਦੋਂ ਸਕੂਲਾਂ 'ਚ ਪੜ੍ਹਨ ਨਾਲ ਵਿਆਕਰਨ ਪੜ੍ਹਾਉਂਦੇ ਨੇ, ਇੰਗਲਿਸ਼ ਜਦੋਂ ਸਕੂਲਾਂ 'ਚ ਪੜ੍ਹਨ ਨਾਲ ਗ੍ਰਾਮਰ ਪੜ੍ਹਾਉਂਦੇ, ਵਿਆਕਰਨ ਪੜ੍ਹਾਉਂਦੇ ਨੇ, ਹਿੰਦੀ ਵਾਲਾ ਜਦੋਂ ਹਿੰਦੀ ਪੜ੍ਹਨ ਨਾਲ ਵਿਆਕਰਨ ਪੜ੍ਹਾਉਂਦਾ ਹੈ। ਇਸ ਤਰ੍ਹਾਂ ਬਾਣੀ ਦੀ ਵੀ ਵਿਆਕਰਨ ਹੈ। ਸਾਡੇ ਵਿਦਵਾਨਾਂ ਨੇ ਬਹੁਤ ਖੋਜ ਕਰ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਵਰਗਿਆਂ ਨੇ ਬਾਣੀ ਦੀ ਵਿਆਕਰਨ ਲਿਖੀ ਹੈ ਜੀ, ਤਾਂ ਜੋ ਬਾਣੀ ਦੀ ਸਹੀ ਸਮਝ ਆ ਸਕੇ। ਵਿਆਕਰਨ ਤੋਂ ਬਿਨਾਂ ਕੋਈ ਭਾਸ਼ਾ ਸਹੀ ਸਮਝ ਨਹੀਂ ਆ ਸਕਦੀ ਹੁੰਦੀ। ਹਾਂ, ਉਹ ਤਾਂ ਅੱਟਾ ਸੱਟਾ ਜਿਹਾ ਰਹਿ ਜਾਂਦਾ ਹੈ। ਇਸ ਲਈ ਗੁਰੂ ਤੋਂ ਬਿਨਾਂ, ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ ਇਹਨਾਂ ਨੂੰ ਮੁਕਤੀ ਨਹੀਂ ਮਿਲਦੀ। ਜਾਂ ਨਾਉ ਚੇਤੈ ਤਾਂ ਗਤ ਪਾਏ। ਜਦੋਂ ਫਿਰ ਇਨਸਾਨ ਨਾਮ ਜਪਦਾ ਹੈ ਤਾਂ ਗਤ ਪਾਏ, ਫਿਰ ਇਹਨੂੰ ਮੁਕਤੀ ਮਿਲਦੀ ਹੈ। ਜਾਂ ਸਤਿਗੁਰ ਮੇਲ ਮਿਲਾਏ, ਫਿਰ ਗੁਰੂ ਮਿਲਾਪ ਕਰਾਉਂਦਾ ਪਰਮਾਤਮਾ ਨਾਲ। ਇਹ ਮਨੁੱਖ ਨਾਮ ਜਪਦਾ ਹੈ, ਪਹਿਲਾਂ ਗੁਰੂ ਵਾਲਾ ਬਣਦਾ ਹੈ, ਗੁਰੂ ਇਸ ਨੂੰ ਗੁਰਮੰਤਰ ਦਿੰਦਾ ਹੈ, ਇਹ ਗੁਰਮੰਤਰ ਦਾ ਜਾਪ ਕਰਦਾ ਹੈ। ਗੁਰਮੰਤਰ ਦਾ ਜਾਪ ਕਰਦਿਆਂ ਕਰਦਿਆਂ ਅੰਦਰ ਨਾਮ ਪ੍ਰਗਟ ਹੋ ਜਾਂਦਾ ਹੈ। ਜਦੋਂ ਨਾਮ ਪ੍ਰਗਟ ਹੋ ਜਾਂਦਾ ਹੈ, ਫਿਰ ਗੁਰੂ ਕਿਰਪਾ ਕਰਕੇ ਮਨੁੱਖ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਫਿਰ ਇਹਦਾ ਸਦਾ ਲਈ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ,
ਗੁਰੂ ਵਾਲੇ ਬਣ ਕੇ ਫਿਰ ਆਪਣੇ ਨਾਮ ਬਾਣੀ ਦਾ ਜਾਪ ਕਰਨਾ, ਸ਼ੁਭ ਕਰਮ ਕਰਨੇ ਨੇ, ਨਾਮ ਜਪਣਾ। ਬਾਕੀ ਆਪਣੇ ਸੰਸਾਰਿਕ ਕੰਮ ਧੰਦੇ ਤੁਸੀਂ ਕਰਨੇ ਹੀ ਕਰਨੇ ਨੇ, ਕਿਉਂਕਿ ਅਸੀਂ ਗ੍ਰਸਥੀ ਹਾਂ। ਅਸੀਂ ਕੰਮ ਧੰਦੇ ਛੱਡ ਕੇ ਨਹੀਂ ਬੈਠ ਸਕਦੇ। ਕੰਮ ਧੰਦਾ ਕਰਦਿਆਂ ਹੋਇਆਂ, ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਜਿਹੜਾ ਹੈ ਭਜਨ ਬੰਦਗੀ ਕਰਦੇ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੰਨੀ ਸੰਗਤ ਸੁਣ ਰਹੀ ਹੈ, ਘਰਾਂ 'ਚ ਬੈਠੇ ਜਾਂ ਇੱਥੇ, ਉਹਨਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਨਵੀਂ ਜਿਹੜੀ ਮੇਰੀ ਕਿਤਾਬ ਛਪੀ ਹੈ, ਜਿਨ੍ਹਾਂ ਨੇ ਉਹ ਕਿਤਾਬ ਖਰੀਦ ਲਈ ਹੈ, ਉਹਨਾਂ ਨੂੰ ਬੇਨਤੀ ਹੈ, ਕੋਈ ਇੱਕ ਅੱਧੇ ਦਿਨ 'ਚ ਸਾਰੇ ਸਫ਼ੇ ਉਹਦੇ ਚੈੱਕ ਕਰ ਲੈਣ ਵੀ ਸਾਰੇ ਸਫ਼ੇ ਪੂਰੇ ਨੇ, ਕੀ ਕੋਈ ਵਿੱਚ ਸਫ਼ਾ ਘੱਟ ਤਾਂ ਨਹੀਂ। ਜੇ ਕੋਈ ਘੱਟ ਸਫ਼ਾ ਹੈ, ਜਿਵੇਂ ਇੱਕ ਕਿਤਾਬ ਅਸੀਂ ਚੈੱਕ ਕੀਤੀ, ਉਹਦਾ 652 ਅੰਗ ਹੀ ਕੋਈ ਨਹੀਂ ਸੀ ਹੈਗਾ। ਉਹ ਫਿਰ ਜਦੋਂ ਕਹਿੰਦੇ ਸੀ ਸਾਨੂੰ ਜੇ ਕੋਈ ਐਸੀਆਂ ਕਿਤਾਬਾਂ ਹੋਣ ਤੁਹਾਡੇ ਕਿਸੇ ਕੋਲੇ ਵੀ ਜਿਹਦਾ ਕੋਈ ਸਫ਼ਾ ਘੱਟ ਹੋਵੇ, ਉਹ ਜਿਹਨਾਂ ਦਾ ਆਪਾਂ ਛਪਾਈ ਹੈ, ਉਹ ਕਹਿੰਦੇ ਅਸੀਂ ਸਫ਼ਾ ਉਹ ਕਿਤਾਬ ਦੀ ਜਿਲਦ ਖੋਲ੍ਹ ਕੇ ਸਫ਼ਾ ਵਿੱਚ ਐਡ ਕਰ ਦਾਂਗੇ, ਕਿਉਂਕਿ ਉਹ ਤਾਂ ਸਾਡੀ ਗਲਤੀ, ਸਾਡੀ ਜ਼ਿੰਮੇਵਾਰੀ ਹੈ। ਜਾਂ ਕਿਸੇ ਕਿਤਾਬ ਦੇ ਸਫ਼ੇ ਅੱਗੇ ਪਿੱਛੇ ਲੱਗ ਗਏ, ਹੁਣ ਸੀਰੀਅਲ ਵਾਈਜ਼ ਨਾ ਹੋਣ, ਬਾਈ ਚਾਂਸ ਕੋਈ ਸਫ਼ੇ ਅੱਗੇ ਪਿੱਛੇ ਲੱਗ ਗਏ ਨੇ, ਜਾਂ ਕੋਈ ਸਫ਼ਾ ਨਹੀਂ ਹੈ, ਅਗਰ ਇਸ ਤਰ੍ਹਾਂ ਦੀ ਕਿਸੇ ਕੋਲ ਕਿਤਾਬ ਹੈ ਤਾਂ ਉਹਨੂੰ ਬੇਨਤੀ ਹੋਏ ਇੱਕ ਅੱਧੇ ਦੇ ਸਾਨੂੰ ਮੈਨੂੰ ਵਾਪਸ ਕਰ ਜੇ ਅਤੇ ਉਹਦੀ ਥਾਂ 'ਤੇ ਦੂਜੀ ਲੈ ਜੇ। ਉਹਦੀ ਥਾਂ 'ਤੇ ਜਿਹੜੀ ਅਸੀਂ ਸਾਰੀਆਂ ਚੈੱਕ ਕਰਕੇ ਹੁਣ ਕਿਤਾਬਾਂ ਛਪਾਈਆਂ ਹਨ, ਉਹ ਉਹਨਾਂ ਨੂੰ ਉਹਦੀ ਥਾਂ 'ਤੇ ਉਹ ਦੇ ਦਾਂਗੇ। ਇਸ ਲਈ ਖਿਆਲ ਰੱਖਣਾ ਜੀ, ਆਪਣੀ ਆਪਣੀ ਕਿਤਾਬਾਂ ਚੈੱਕ ਕਰ ਲਿਓ, ਅਤੇ ਨਾਲੇ ਉਹ ਪੜ੍ਹਨ ਲਈ ਨੇ, ਉਹਨਾਂ ਨੂੰ ਪੜ੍ਹਿਆ ਕਰੋ, ਉਹਦੇ ਅਨੁਸਾਰ ਪਾਠ ਕਰੋ, ਤਾਂ ਤੁਹਾਡਾ ਪਾਠ ਸ਼ੁੱਧ ਹੋ ਜਾਏ ਅਤੇ ਔਖੇ ਸ਼ਬਦਾਂ ਦੇ ਅਰਥ ਵੀ ਤੁਹਾਨੂੰ ਆ ਜਾਣ। ਤੁਸੀਂ 1 ਘੰਟਾ ਵੀ ਰੋਜ਼ ਉਹਦੇ ਅਨੁਸਾਰ ਪਾਠ ਕਰਨ ਲੱਗੇ ਨਾ, ਤਾਂ ਵੀ 6 ਮਹੀਨਿਆਂ 'ਚ ਇੱਕ ਸਹਿਜ ਪਾਠ ਹੋ ਜਾਏਗਾ, ਤੁਹਾਨੂੰ ਬਹੁਤ ਸਾਰੀ ਬਾਣੀ ਸ਼ੁੱਧ ਆ ਜਾਏਗੀ। ਜਦੋਂ 2-3 ਸਹਿਜ ਪਾਠ ਉਸ ਨਵੀਂ ਕਿਤਾਬ ਅਨੁਸਾਰ ਕਰ ਲਓਗੇ ਨਾ, ਪਹਿਲੀ ਜਿਹੜੀ ਕਿਤਾਬ ਕਿਸੇ ਕੋਲ ਹੈ ਉਹ ਕਿਸੇ ਗੁਰਦੁਆਰੇ ਦੇ ਭਾਈ ਨੂੰ ਦੇ ਦਿਓ, ਜਾਂ ਕਿਤੇ ਪਿੰਡ ਦੇ ਗੁਰਦੁਆਰੇ ਨੂੰ ਦੇ ਦਿਓ, ਜਾਂ ਕਿਸੇ ਹੋਰ ਭਜਨਬੰਦੀ ਕਰਨ ਵਾਲੇ ਨੂੰ ਦੇ ਦਿਓ। ਉਹ ਤੁਹਾਨੂੰ ਕੋਲ ਰੱਖਣ ਦੀ ਹੁਣ ਲੋੜ ਨਹੀਂ, ਕਿਸੇ ਹੋਰ ਦਾ ਭਲਾ ਹੋ ਜਾਏਗਾ। ਜਿਨ੍ਹਾਂ ਕੋਲ ਪਹਿਲਾਂ ਕਿਤਾਬਾਂ ਹੈਗੀਆਂ ਨੇ, ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਿਹੜੇ ਨਵੀਆਂ ਕਿਤਾਬਾਂ ਖਰੀਦ ਲਓ, ਅਤੇ ਇਹਦੇ ਅਨੁਸਾਰ ਫਿਰ ਤੁਸੀਂ ਪਾਠ ਕਰਕੇ ਆਪਣਾ ਪਾਠ ਸ਼ੁੱਧ ਕਰ ਲੈਣਾ, ਤਾਂ ਫਿਰ ਗੁਰੂ ਮਹਾਰਾਜ ਵੀ ਖੁਸ਼ ਹੋਣਗੇ, ਅਤੇ ਜਿੱਦਾਂ ਗੁਰੂ ਮਹਾਰਾਜ ਖੁਸ਼ ਉਹਦੀ ਗੱਲ ਵੀ ਸਾਡੀ ਬਣ ਸਕਦੀ ਹੈ। ਇਸ ਲਈ ਅਗਰ ਕਿਸੇ ਦੀ ਕਿਤਾਬ 'ਚ ਵਰਕਾ ਵੱਧ ਘੱਟ ਹੋਵੇ ਜਾਂ ਅੱਗੇ ਪਿੱਛੇ ਲੱਗਾ ਹੋਵੇ, ਉਹ ਸਾਡੇ ਨਾਲ ਕਿਤਾਬ ਬਦਲ ਲਿਓ, ਉਹ ਵਾਪਸ ਦੇ ਜੇ ਸਾਨੂੰ, ਇੱਥੋਂ ਨਵੀਂ ਕਿਤਾਬ ਸਾਡੇ ਕੋਲੋਂ ਲੈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ